ਵੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਧਰੋਂ ਧਰਾ ਪਰ ਪੁਨ ਪੁਨ ਸੀਸਾ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜੂੰਕ ਪਰੀ ਬਹੁ ਬਾਰ ਬਧੇ। ਸਿਰ ਰੁਖੇ ਬੜੇ ਨ ਲਹੀ ਚਿਕਨਾਈ। ਜੀਰਨ ਚੀਰ ਮਲੀਨ ਫਟੇ ਤਨ ਸ਼ਾਦਤ ਪੀਨਹਿ ਹੋਹਿ ਸਬਾਈ। ਬੰਧਨ ਭਾਰ ਤਰੇ ਬਹੁ ਪਾਇਨ ਮੰਦ ਹੀ ਮੰਦ ਚਲਿਓ ਜਿਨ ਜਾਈ। ਸ਼੍ਰੀ ਹਰਿ ਗੋਬਿੰਦ ਧੀਰ ਬਿਨਾ ਕਹੋ ਕੌਣ ਕਰੈ ਦੁਖ ਤੇ ਛੁਟਕਾਈ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤਖਤ ਗੁਰੂ ਦਾਸਾਂ ਗਰੀਬਾਂ ਸੇਵਕਾਂ ਸਭਨਾਂ ਦਾ ਭਲਾ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਆਪਾਂ ਸਾਰਿਆਂ ਤੇ, ਜੋ ਆਪਾਂ ਸਤਿਗੁਰੂ ਗਰੀਬ ਨਵਾਜ ਜੀ ਦੇ ਸੋਹਣੇ ਦਰਸ਼ਨ ਕੀਤੇ ਹਨ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ
ਹਜ਼ੂਰ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਪਾਠ ਸਰਵਣ ਕੀਤਾ। ਆਪਣੇ ਜੀਵਨ ਨੂੰ ਵੱਡੇ ਪੁੰਨਾਂ ਵਾਲੇ ਬਣਾਇਆ ਹੈ। ਕੁਝ ਸਮਾਂ ਆਪਾਂ ਗੁਰੂ ਜੀ ਦਾ ਇਤਿਹਾਸ ਸਰਵਣ ਕਰਨਾ ਹੈ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਬੰਦਾ ਬਹੁਤ ਬੰਧਨਾਂ ਵਿੱਚ ਫਸਿਆ ਹੋਇਆ ਹੈ। ਕਈ ਤਰ੍ਹਾਂ ਦੇ ਬੰਧਨਾਂ ਨੇ ਸਾਨੂੰ ਆ ਕੇ ਘੇਰਿਆ ਹੋਇਆ ਸੰਗਤ ਜੀ। ਇੱਕ ਨਹੀਂ, ਲੱਖਾਂ ਹੀ ਬੰਧਨ ਬੰਦੇ ਨੂੰ ਵੈਸੇ ਹੀ ਪਏ ਹੋਏ ਨੇ ਜੀ। ਗੁਰੂ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਹਨ। ਜਿਹੜਾ ਮਨੁੱਖ ਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ, ਉਹਦੇ ਸਾਰੇ ਬੰਧਨ ਮਹਾਰਾਜ ਕੱਟ ਦਿੰਦੇ ਆ ਜੀ। ਬੰਧਨ ਘਟਾਉਣ ਵਾਸਤੇ ਸ਼ਰਨ ਵਿੱਚ ਆਉਣਾ ਪਏਗਾ ਜੀ। ਪਰ ਦੁਨੀਆ ਦੀ ਇਹ ਵੀ ਸੱਚਾਈ ਹੈ, ਤੁਸੀਂ ਸੰਸਾਰ ਵਿੱਚ ਵਿਚਰਦੇ ਹੋ, ਬੰਦਾ ਇਹਨਾਂ ਬੰਧਨਾਂ ਵਿੱਚ ਫਸ ਕੇ ਸਗੋਂ ਖੁਸ਼ ਬੜਾ ਹੈਗਾ ਜੀ। ਇੱਕ ਬੰਧਨ ਤੇ ਉਹ ਨੇ ਜਿਨ੍ਹਾਂ ਨੂੰ ਪਿਆਂ ਨੂੰ ਬੰਦਾ ਦੁਖੀ ਮਹਿਸੂਸ ਕਰਦਾ ਹੈ ਜੀ। ਕਿਉਂ? ਸਰੀਰ ਬੰਧਨ ਵਿੱਚ ਫਸ ਗਿਆ ਜੀ। ਸਰੀਰ ਬੰਧਨ ਵਿੱਚ ਹੈਗਾ, ਬੰਦਾ ਦੁਖੀ ਹੁੰਦਾ ਹੈ ਜੀ। ਵੀ ਮੈਨੂੰ ਮੇਰੀ ਕਿਸੇ ਤਰੀਕੇ ਨਾਲ ਇੱਥੋਂ ਛੁੱਟੀ ਹੋਵੇ ਜੀ। ਸਰੀਰ ਕੈਦ ਵਿੱਚ ਫਸ ਗਿਆ, ਬੰਦਾ ਦੁਖੀ ਹੁੰਦਾ ਹੈ ਜੀ। ਪਰ ਦੂਸਰੇ ਪਾਸੇ ਜਿਹੜੇ ਅੰਦਰ ਦੇ ਬੰਧਨ ਨੇ ਨਾ, ਬੰਦਾ ਉਹਨਾਂ ਬੰਧਨਾਂ ਵਿੱਚ ਪੈ ਕੇ ਖੁਸ਼ ਹੁੰਦਾ ਹੈ ਜੀ, ਖੁਸ਼ ਹੁੰਦਾ ਹੈ ਜੀ। ਦੂਸਰੇ ਪਾਸੇ ਇਹ ਵੀ ਗੱਲ ਹੈਗੀ ਹੈ, ਜਿੰਨੇ ਉਹ ਜ਼ਿਆਦਾ ਬੰਧਨ ਨੇ ਓਨੇ ਅਸੀਂ ਰੱਬ ਤੋਂ ਦੂਰ ਜਾਈ ਜਾਂਦੇ ਹਾਂ ਜੀ। ਓਨੇ ਰੱਬ ਤੋਂ ਦੂਰ ਜਾਈ ਜਾਂਦੇ ਹਾਂ। ਜੇ ਵਾਹਿਗੁਰੂ ਜੀ ਦੇ ਨੇੜੇ ਹੋਣਾ ਹੈ, ਵਾਹਿਗੁਰੂ ਜੀ ਦੀ ਹਜ਼ੂਰੀ ਪ੍ਰਾਪਤ ਕਰਨੀ ਹੈ, ਤੇ ਬੰਧਨ ਘਟਾਉਣੇ ਪੈਣੇ ਹੈ। ਤੇ ਜਿਹੜੇ ਬੰਧਨ ਨੇ ਉਹ ਸਤਿਗੁਰੂ ਜੀ ਨੇ ਕੱਟਣੇ ਹਨ ਜੀ। ਜਦੋਂ ਬੰਦਾ ਗੁਰੂ ਜੀ ਦੀ ਹਜ਼ੂਰੀ ਵਿੱਚ ਆਏਗਾ, ਸੱਚੇ ਪਾਤਸ਼ਾਹ ਦੇ ਬੰਧਨ ਕੱਟਣਗੇ ਜੀ। ਬੰਧਨ ਕੀ ਨੇ? ਰੁਕਾਵਟਾਂ ਨੇ ਜੀ, ਰੁਕਾਵਟਾਂ ਨੇ। ਤੁਸੀਂ ਆਪਾਂ ਇਹਨਾਂ ਬੰਧਨਾਂ ਨੂੰ ਆਮ ਹੀ ਮਹਿਸੂਸ ਕਰਦੇ ਹਾਂ ਜੀ। ਕੋਈ ਕੰਮ ਕਰਨਾ ਵਿੱਚ ਵਿਘਨ ਪਈ ਜਾਂਦਾ ਹੈ ਜੀ, ਰੁਕਾਵਟ ਪਈ ਜਾਂਦੀ, ਉਹ ਵੀ ਇੱਕ ਬੰਧਨ ਹੀ ਹੈਗਾ ਜੀ। ਹਾਂਜੀ, ਕਿਸੇ ਦਾ ਕੰਮ ਨਹੀਂ ਚੱਲਦਾ ਜੀ, ਤੇ ਲੋਕ ਕਹਿੰਦੇ ਤੇਰਾ ਕੰਮ ਕਿਸੇ ਨੇ ਬੰਨ੍ਹ ਦਿੱਤਾ ਜੀ, ਰੁਕਾਵਟ ਪਾ ਦਿੱਤੀ ਜੀ। ਜ਼ਿੰਦਗੀ ਵੀ ਬੰਧਨਾਂ ਦੇ ਵਿੱਚ ਫਸੀ ਪਈ ਹੈ। ਬੜੇ ਬੰਧਨ ਹਨ, ਬੜੇ ਬੰਧਨ ਹਨ। ਸੰਗਤ ਦੀ ਲੜੀਵਾਰ ਕਥਾ ਕੱਲ੍ਹ ਆਪ ਜੀ ਨੇ ਜਿਹੜਾ ਪ੍ਰਸੰਗ ਸੁਣਿਆ, ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸਾਰੀਆਂ ਸੰਗਤਾਂ ਕਹੀਏ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਗਵਾਲੀਅਰ ਦੇ ਕਿਲੇ ਵਿੱਚ ਹਨ। ਵਜ਼ੀਰ ਖਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬਾਦਸ਼ਾਹ ਦਾ ਸੰਦੇਸ਼ਾ ਲੈ ਕੇ ਆਇਆ। ਸੱਚੇ ਪਾਤਸ਼ਾਹ, ਤੁਸੀਂ ਜਿੰਨੇ ਰਾਜੇ ਚਾਹੋ, ਜਿੰਨੇ ਰਾਜੇ ਤੁਹਾਡੇ ਪੱਲੇ ਨਾ ਵੱਜ ਜਾਣ, ਭਾਵ ਜਿੰਨੇ ਰਾਜੇ ਤੁਹਾਡਾ ਪੱਲਾ ਫੜ ਲੈਣ, ਉਹ ਮਹਾਰਾਜ ਕਿਲੇ 'ਚੋਂ ਬਾਹਰ ਆ ਸਕਦੇ, ਉਹ ਛੁੱਟ ਸਕਦੇ ਆ ਜੀ। ਮਹਾਰਾਜ ਨੇ ਫਿਰ ਤਿਆਰੀ ਕੀਤੀ। ਕੱਲ੍ਹ ਤੁਸੀਂ ਪ੍ਰਸੰਗ ਸੁਣਿਆ, ਲਾਲ ਰੰਗ ਦਾ ਦਸਤਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਜਾਇਆ ਜੀ। ਸੋਹਣਾ ਜੋੜਾ ਪਾਇਆ, ਕਲਗੀ ਸਜਾਈ, ਸ਼ਸਤਰ ਸਜਾਏ, ਤੇ ਵੱਡਾ ਚੋਲਾ ਪਾਇਆ ਜੀ, 50 ਕਲੀਆਂ ਵਾਲਾ ਜੀ। ਸੱਚੇ ਪਾਤਸ਼ਾਹ ਜੀ ਦੇ ਜਾਣ ਬਾਰੇ ਸਾਰੇ ਰਾਜਿਆਂ ਨੇ ਸੁਣਿਆ, ਮਹਾਰਾਜ ਜੀ ਦਾ ਪੱਲਾ ਫੜ ਲਿਆ ਜੀ। ਇਹ ਪੱਲਾ ਅਸੀਂ ਵੀ ਫੜਨਾ ਹੈ ਜੀ। ਮਹਾਰਾਜ ਜੀ ਨੂੰ ਆਖੋ, ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰੋ, ਸਾਨੂੰ ਆਪਣਾ ਪੱਲਾ ਫੜਾਓ। ਗੁਰਬਾਣੀ ਚਾਹੁੰਦਾ, ਹਮ ਲਾਵੈ ਆਪਨ ਪਾਲੀ। ਸੱਚੇ ਪਾਤਸ਼ਾਹ ਸਾਨੂੰ ਆਪਣੇ ਪੱਲੇ ਨਾਲ ਲਾ ਲਓ। ਇੱਕ ਬੱਚੀ ਦਾ ਜਦੋਂ ਸੰਗਤ ਜੀ ਵਿਆਹ ਹੁੰਦਾ ਹੈ, ਤੇ ਉਹਦਾ ਜਿਹੜਾ ਘਰ ਵਾਲਾ ਹੈ, ਘਰ ਵਾਲੇ ਦਾ ਪੱਲਾ ਬੱਚੀ ਨੂੰ ਫੜਾਇਆ ਜਾਂਦਾ ਹੈ ਜੀ। ਤੇ ਫਿਰ ਲਾਵਾਂ ਹੁੰਦੀਆਂ ਨੇ ਜੀ, ਪੱਲੇ ਟੰਡੇ, ਤੇ ਸ਼ਬਦ ਪੜ੍ਹਿਆ ਜਾਂਦਾ ਜੀ ਉਦੋਂ, ਪੱਲੇ ਟੈਂਡੇ ਲਾਗੀ। ਅਸਲ ਵਿੱਚ ਉਹ ਵਿਆਹ ਵਾਸਤੇ ਤੇ ਮਹਾਰਾਜ ਨੇ ਉਚਾਰਿਆ ਨਹੀਂ ਜੀ, ਉਹ ਤੇ ਸ਼ਬਦ ਆਤਮਕ ਅਵਸਥਾ ਵਾਸਤੇ ਹੈਗਾ ਵੀ ਸਭੇ ਸਾਕ ਕੁੜਾਵੇ ਡਿੱਠੇ, ਹੱਬੇ ਸਾਕ ਕੁੜਾਵੇ ਡਿੱਠੇ, ਪੱਲੇ ਟੈਂਡੇ ਲਾਗੀ। ਕਿ ਇਸ ਸੰਸਾਰ ਵਿੱਚ ਜਿੰਨੇ ਵੀ ਰਿਸ਼ਤੇਦਾਰ ਨੇ, ਸਾਕ ਨੇ, ਮੈਂ ਝੂਠੇ ਹੀ ਵੇਖੇ ਹੈ। ਹੁਣ ਸੰਗਤ ਜੀ ਅਸੀਂ ਕਹਿੰਦੇ ਸੱਚੇ ਆ ਜੀ, ਇਹਨੂੰ ਧਿਆਨ ਨਾਲ ਸੁਣਿਓ।
ਜਿੰਨਾ ਚਿਰ ਤੱਕ ਤੇ ਪ੍ਰੇਮ ਹੈਗਾ ਨਾ ਜੀ, ਪ੍ਰੇਮ, ਬੰਦਾ ਕਹਿੰਦਾ ਜੀ ਇਹ ਸਭ ਸੱਚੇ ਹੈਗੇ ਜੀ, ਸਭ ਸੱਚੇ ਆ ਜੀ, ਕਿਉਂ ਨਹੀਂ ਐਵੇਂ ਭਾਈ ਝੂਠ ਬੋਲਦਾ ਰਹਿੰਦਾ। ਇਹ ਸਾਰਾ ਕੁਝ ਤਾਂ ਨਿਭਦਾ ਤੇ ਜੇ ਵਾਹਿਗੁਰੂ ਕਿਰਪਾ ਕਰੇ ਜੀ। ਮੈਂ ਖੁਦ ਇੱਕ ਬਜ਼ੁਰਗ ਨੂੰ ਵੇਖਿਆ ਜੀ, ਕੋਈ ਉਹ ਗਰੀਬ ਨਹੀਂ ਹੈਗਾ ਜੀ, ਕਰੋੜਾਂ ਰੁਪਈਆਂ ਦਾ ਮਾਲਕ ਹੈ ਜੀ, ਉਹਦਾ ਕੰਮ ਹੈਗਾ ਜੀ ਕੱਪੜੇ ਦਾ ਜੀ, ਬੜੇ ਵੱਡੇ ਬਾਜ਼ਾਰ ਵਿੱਚ ਬੜੀ ਵੱਡੀ ਦੁਕਾਨ ਜੀ ਉਹਦੀ, ਹਾਂਜੀ, ਤੇ ਕੱਪੜੇ ਦਾ ਉਹਦਾ ਕੰਮ ਜੀ, ਤੇ ਮਹਾਂਪੁਰਖਾਂ ਦੇ ਕੋਲ ਰੋਣ ਦਿਆ ਜੀ, ਰੋਣ ਦਿਆ ਜੀ, ਮੈਂ ਖੁਦ ਵੇਖਿਆ ਜੀ। ਤੇ ਮੈਂ ਮਹਾਂਪੁਰਖਾਂ ਨੂੰ ਪੁੱਛਿਆ ਵੀ ਬਜ਼ੁਰਗ ਰੋਂਦਾ ਕਿਉਂ ਸੀ? ਕਹਿੰਦੇ ਇਹਦਾ ਪੁੱਤ ਮੂੰਹ ਤੇ ਰਿਸ਼ਤੇਦਾਰਾਂ ਦੇ ਸਾਹਮਣੇ ਇਹਨੂੰ ਗਾਲਾਂ ਕੱਢਦਾ, ਕਹਿਣ ਲੱਗੇ, ਤੇ ਜਾਇਦਾਦ ਮੰਗਦਾ ਜੀ, ਜਾਇਦਾਦ ਮੰਗਦਾ, ਗੱਜ ਕੇ ਆਖੋ ਵਾਹਿਗੁਰੂ। ਜਾਇਦਾਦ ਮੰਗਦਾ ਜੀ, ਹਾਂਜੀ। ਤੇ ਫਿਰ ਨਾ ਜੀ ਉਹ ਦੱਸਣ, ਮਹਾਂਪੁਰਖ ਨੂੰ ਸਮਝਾਉਣ ਵੀ ਇਹ ਨਾ ਜੀ ਸਾਰੇ ਝੂਠੇ ਹੈਗੇ, ਵੇਖ ਲਾ ਬਾਣੀ 'ਚ ਸਭ ਸੱਚ ਹੀ ਲਿਖਿਆ, ਸਭ ਝੂਠਾ ਹੈਗਾ। ਕਹਿੰਦਾ ਜੀ ਬਾਬਾ ਜੀ ਹੈ ਤੇ ਸਭ ਕੁਝ ਝੂਠਾ ਹੀ ਹੈ, ਪਹਿਲਾਂ ਬੰਦੇ ਨੂੰ ਸਮਝ ਹੀ ਨਹੀਂ ਆਉਂਦੀ, ਕਹਿਣ ਦਾ ਕਹਿੰਦਾ ਸਮਝ ਨਹੀਂ ਆਉਂਦੀ, ਕਿਉਂ ਇਹ ਵੀ ਬੰਧਨ 'ਚ ਫਸਿਆ ਨਾ ਜੀ, ਨਹੀਂ ਸਮਝ ਆਉਂਦੀ ਜੀ, ਬੰਦਾ ਬੜੇ ਯਤਨ ਕਰਦਾ, ਪਤਾ ਵੀ ਹੈਗਾ, ਸਮਝ ਨਹੀਂ ਆਉਂਦੀ ਜੀ। ਮਹਾਰਾਜ ਕਹਿੰਦੇ ਹੱਬੇ ਸਾਕ ਕੁੜਾਵੇ ਡਿੱਠੇ ਤਾਂ ਪੱਲੇ ਤੈਂਡੇ ਲਾਗੀ, ਸਭ ਸਾਕ ਰਿਸ਼ਤੇਦਾਰ ਝੂਠੇ ਹੈਗੇ ਆ, ਇਸ ਕਰਕੇ ਮੈਂ ਤੁਹਾਡੇ ਪੱਲੇ ਨਾਲ ਲੱਗ ਗਈ ਹਾਂ। ਸ਼ਬਦੀ ਅਰਥ ਇਹ ਹੈਗੇ ਜੀ, ਜਿੰਨਾ ਚਿਰ ਤੱਕ ਦੁਨਿਆਵੀ ਰਿਸ਼ਤਾ ਬੰਦੇ ਨੂੰ ਝੂਠੇ ਨਾ ਵਿਖੇ, ਬੰਦਾ ਪੂਰੀ ਤੌਰ ਤੇ ਗੁਰੂ ਜੀ ਦੇ ਚਰਨਾਂ ਨਾਲ ਲੱਗਦਾ ਹੀ ਨਹੀਂ ਜੀ। ਗੱਜ ਕੇ ਆਖੋ ਵਾਹਿਗੁਰੂ। ਬੜੇ ਬੜੇ ਭਗਤਾਂ ਦੀ ਉਦਾਹਰਣ ਲੈ ਲਓ ਜੀ। ਧਰੂ ਜੀ ਨੂੰ ਪਿਤਾ ਦਾ ਰਿਸ਼ਤਾ ਹੀ ਝੂਠਾ ਲੱਗਾ ਜੀ, ਮਤਰੇਈ ਮਾਂ ਨੇ ਪਰਾਂ ਮਾਰਿਆ ਚੁੱਕ ਕੇ ਜੀ, ਧਰੂ ਜੀ ਨੇ ਫੇਰ ਵਾਹਿਗੁਰੂ ਜੀ ਦਾ ਪੱਲਾ ਫੜਿਆ ਜੀ, ਹਾਂਜੀ। ਜਿੰਨਾ ਚਿਰ ਤੱਕ ਸਭ ਕੁਝ ਅੱਖਾਂ ਦੇ ਸਾਹਮਣੇ ਵਿਖਦਾ ਨਹੀਂ ਹੈ, ਬੰਦਾ ਉਹਨਾਂ ਚਿਰ ਤੱਕ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਦਾ ਨਹੀਂ ਹੈ। ਪਰ ਮਹਾਰਾਜ ਕਿਰਪਾ ਕਰਨ ਸਾਰਿਆਂ ਦੇ ਪਰਿਵਾਰਾਂ 'ਚ ਸੁੱਖ ਰਹੇ ਜੀ। ਮੈਂ ਨਹੀਂ ਕਹਿੰਦਾ ਨਿਆਣੇ ਤੁਹਾਨੂੰ ਗਾਲਾਂ ਕੱਢਣ ਤੇ ਤੁਸੀਂ ਫੇਰ ਹੀ ਮਹਾਰਾਜ ਦੇ ਚਰਨਾਂ 'ਚ ਆਓ, ਇਹਦੇ ਤੋਂ ਪਹਿਲਾਂ ਹੀ ਬੰਦਾ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਵੇ ਜੀ, ਇਹਦੇ ਤੋਂ ਪਹਿਲਾਂ ਹੀ ਜੁੜ ਜਾਵੇ ਜੀ। ਰੱਬ ਦੇ ਚਰਨਾਂ ਨਾਲ ਜੁੜੇਗਾ, ਤੁਸੀਂ ਵੇਖਿਓ ਸਭ ਪਾਸੇ ਉਹਦੀ ਇੱਜ਼ਤ ਹੋਏਗੀ, ਸਭ ਪਾਸੇ ਸਨਮਾਨ ਹੋਏਗਾ। ਪਰਮੇਸ਼ਰ ਦੀ ਕਿਰਪਾ ਵਰਤਦੀ ਹੈ ਜੀ। ਸੋ ਆਪਾਂ ਲੜੀਵਾਰ ਕਥਾ ਵਾਲੇ ਪਾਸੇ ਆਉਣਾ ਹੈ ਜੀ। ਇਹਨਾਂ ਰਾਜਿਆਂ ਨੇ ਕੋਈ ਐਸੇ ਕਰਮ ਕੀਤੇ ਜੀ, ਜਿਨ੍ਹਾਂ ਕਰਮਾਂ ਕਰਕੇ ਇਹ ਕੈਦ 'ਚ ਫਸੇ ਜੀ। ਔਰ ਦੂਜੀ ਗੱਲ, ਜਹਾਂਗੀਰ ਬਰਦਾਸ਼ਤ ਨਹੀਂ ਸੀ ਕਰਦਾ, ਇਹ ਫਿਰ ਗੁਰੂ ਜੀ ਦੇ ਪੱਲੇ ਫੜ ਕੇ, ਗੁਰੂ ਜੀ ਦਾ ਪੱਲਾ ਫੜ ਕੇ ਤੇ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਏ ਜੀ। ਤੇ ਕੱਲ ਆਪਾਂ ਪੰਕਤੀ ਵੀ ਪੜ੍ਹੀ ਸੀ, ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਓਡੀਣਾ। ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਦੋ ਬੰਦ ਵੀ ਜਿਹੜੇ ਹੈ ਉਹ ਦੋ ਰਾਜਿਆਂ ਨੂੰ ਫੜਾਏ। ਕੱਲ ਤੁਸੀਂ ਕਥਾ ਸੁਣੀ ਸੀਗੀ ਜੀ, 50 ਪੱਲੇ ਸੀ, 50 ਰਾਜਿਆਂ ਨੇ ਫੜ ਲਏ ਜੀ। ਦੋ ਚੀਕਾਂ ਮਾਰਨ, ਸਿਪਾਹੀ ਕਹਿੰਦੇ ਤੁਸੀਂ ਪੱਲਾ ਨਹੀਂ ਫੜ ਸਕੇ, ਚਲੋ ਅੰਦਰ ਕੈਦ 'ਚ ਚੱਲੋ। ਪਰ ਮਹਾਰਾਜ ਨੇ ਆਵਾਜ਼ ਮਾਰੀ ਉਹਨਾਂ ਦੇ ਉੱਤੇ ਤਰਸ ਕਰਕੇ, ਮਹਾਰਾਜ ਕਹਿੰਦੇ ਆਹ ਸਾਡੀਆਂ ਤਣੀਆਂ ਫੜ ਲਓ, ਆਹ ਬੰਦ ਫੜ ਲਓ ਸਾਡੇ। ਉਹ ਰਾਜੇ ਵੀ ਛੁੱਟੇ। ਤੇ ਕੱਲ ਵੀ ਬੇਨਤੀ ਕੀਤੀ ਸੀ, ਰਾਜਪੂਤ ਰਾਜੇ ਸਨ ਉਹਨਾਂ ਵਿੱਚ ਕਈ ਜੀ, ਕਈ ਪਹਾੜੀ ਰਾਜੇ ਸਨ ਜੀ। ਆ ਜਿਹੜੇ 22 ਧਰ ਦੇ ਪਹਾੜੀ ਰਾਜੇ 10ਵੇਂ ਪਾਤਸ਼ਾਹ ਨਾਲ ਜੰਗ ਕਰਦੇ ਰਹੇ ਨਾ ਜੀ, ਹਾਂਜੀ, ਇਹਨਾਂ ਦੇ ਵੱਡੇ ਜਿਹੜੇ ਸਨ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਛਡਾਏ ਸੀਗੇ ਜੀ, ਇਹਨਾਂ ਦੇ ਵੱਡੇ ਜੀ। ਕਈ ਰਾਜਪੂਤ ਰਾਜੇ, ਰਾਜਪੂਤ ਬੰਦੇ ਕਦੀ ਕਿਸੇ ਦਾ ਪੱਲਾ ਨਹੀਂ ਫੜਦੇ, ਕਿਸੇ ਦੇ ਅਧੀਨ ਨਹੀਂ ਰਹਿੰਦੇ ਜੀ। ਪਰ ਰਾਜਪੂਤ ਰਾਜਿਆਂ ਨੇ ਵੀ ਸੱਚੇ ਪਾਤਸ਼ਾਹ ਜੀ ਦਾ ਪੱਲਾ ਫੜਿਆ ਤੇ ਤਾਂ ਬੰਦ ਖਲਾਸੀ ਹੋਈ ਜੀ। ਰਾਜਪੂਤ ਬੜੀ ਵੱਡੀ ਸੰਗਤ ਦੀ ਇੱਕ ਜਾਤ ਮੰਨਦੇ ਆ, ਇੱਕ ਬੜਾ ਵੱਡਾ ਉਹਨਾਂ ਦਾ ਫਿਰਕਾ, ਤੇ ਰਾਜਪੂਤ ਬੰਦੇ ਪੂਰੀ ਆਕੜ 'ਚ ਰਹਿੰਦੇ ਆ।
ਕਿਉਂ? ਉਹ ਰਾਜਪੂਤਾਨਾ ਘਰ ਚੋਂ ਹੁੰਦੇ ਆ ਜੀ, ਰਾਜਿਆਂ ਦੇ ਪੁੱਤਰ ਹੁੰਦੇ ਆ ਜੀ, ਤਾਂ ਉਹਨਾਂ ਨੂੰ ਰਾਜਪੂਤ ਕਹਿੰਦੇ ਆ। ਤੇ ਬੰਦੇ ਨੂੰ ਕਿਸੇ ਦੇ ਅਧੀਨ ਹੋਣਾ ਵੀ ਨਹੀਂ ਚਾਹੀਦਾ ਜੀ, ਸੱਚੀ ਗੱਲ ਹੈ। ਪਰ ਭਾਵੇਂ ਕੋਈ ਰਾਜਪੂਤ ਹੋਵੇ, ਭਾਵੇਂ ਕੋਈ ਕੈਸਾ ਵੀ ਹੋਵੇ, ਜਿਹੜਾ ਸ਼੍ਰੀ ਪਰਮੇਸ਼ਰ ਦੇ ਚਰਨਾਂ ਨਾਲ ਲੱਗੇਗਾ ਉਹਦਾ ਭਲਾ ਹੀ ਹੋਏਗਾ ਜੀ। ਮਹਾਰਾਜ ਜੀ ਦੇ ਚਰਨਾਂ ਦੇ ਨਾਲ ਉਹ ਲੱਗੇ, ਸੱਚੇ ਪਾਤਸ਼ਾਹ ਜੀ ਨੇ ਭਲਾ ਕੀਤਾ। ਬਹੁਤ ਸਾਰੇ ਰਾਜੇ ਮਰਦੇ ਦਮ ਤੱਕ ਗੁਰੂ ਘਰ ਦਾ ਸਤਿਕਾਰ ਕਰਦੇ ਰਹੇ ਜੀ। ਕਈ ਰਾਜਿਆਂ ਦੀਆਂ ਪੀੜ੍ਹੀਆਂ ਹੁਣ ਤੱਕ ਗੁਰੂ ਘਰ ਦਾ ਸਤਿਕਾਰ ਕਰਦੀਆਂ ਨੇ ਜੀ। ਹੁਣ ਆਪਾਂ ਅੱਗੋਂ ਕਥਾ ਸੁਣਾਂਗੇ। ਮਹਾਰਾਜ ਕਿਲੇ ਦੇ ਦਰਵਾਜ਼ੇ ਦੇ ਵਿੱਚ ਆਏ ਆ, ਆਸੇ ਪਾਸੇ 52 ਰਾਜੇ ਨੇ, ਵਿਚਕਾਰ 6ਵੇਂ ਪਾਤਸ਼ਾਹ ਮਹਾਰਾਜ ਚੱਲ ਰਹੇ ਆ। ਹੁਣ ਅੱਗੋਂ ਕਥਾ ਸੁਣੀਏ। ਪਿਆਰ ਵਿੱਚ ਆਓ ਸਾਰੀਆਂ ਸੰਗਤਾਂ, ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜੂੰਕ ਪਰੀ ਬਹੁ ਬਾਰ ਬਧੇ, ਸਿਰ ਰੂਖੇ ਬੜੇ ਨਹਿ ਨਹਿ ਚਿਕਨਾਈ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਹਣੀ ਕਲਗੀ ਲਾਈ, ਲਾਲ ਰੰਗ ਦਾ ਦਸਤਾਰਾ, ਵੱਡਾ ਚੋਲਾ ਪਾਇਆ ਜੀ। ਉਹ ਚੋਲਾ ਅੱਜ ਵੀ ਲੁਧਿਆਣੇ ਦੇ ਇੱਕ ਪਿੰਡ ਵਿੱਚ ਹੈਗਾ ਹੈ ਜੀ। ਹਾਂਜੀ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਬਹੁਤ ਸੁੰਦਰ ਬਸਤਰ ਪਾਏ ਨੇ, ਸ੍ਰੀ ਸਾਹਿਬਾਂ 2 ਪਾਈਆਂ ਨੇ, ਚਰਨਾਂ 'ਚ ਤਿੱਲੇ ਵਾਲਾ ਜੋੜਾ ਪਾਇਆ। ਦੂਜੇ ਬੰਨੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਰਾਜਿਆਂ ਦਾ ਹਾਲ ਸੁਣੋ। ਰਾਜਿਆਂ ਦੇ ਸਿਰ 'ਚ ਜੂਆਂ ਪੈ ਚੁੱਕੀਆਂ ਸਨ ਜੀ, ਸਿਰ ਦੇ ਵਾਲ ਵਧੇ ਹੋਏ ਸਨ ਤੇ ਰੁੱਖੇ ਸਨ ਜੀ, ਮੈਲੇ ਸਨ, ਸਿਰ 'ਚ ਗੰਦਗੀ ਪੈ ਗਈ ਸੀ, ਧੱਖਾਂ ਲੀਖਾਂ ਜੂਆਂ, ਸਿਰ ਦੇ ਕੀੜੇ ਹੀ ਨੇ ਜੀ ਇੱਕ ਹਿਸਾਬ ਦੇ ਗੰਦਗੀ ਤੇ ਜੀ। ਉਹ ਇਹਨਾਂ ਦੇ ਸਿਰਾਂ ਵਿੱਚ ਪੈ ਚੁੱਕੇ ਸੀਗੇ, ਇੰਨਾ ਬੁਰਾ ਹਾਲ ਹੋ ਚੁੱਕਾ ਸੀ। ਜੀਰਨ ਚੀਰ ਮਲੀਨ ਫਟੇ, ਤਨ ਸ਼ਾਦਤ ਪੀਨਹਿ ਹੋ ਹੈ ਸਥਾਈ। ਕਹਿਣ ਲੱਗੇ ਉਹਨਾਂ ਦੇ ਜਿਹੜੇ ਕੱਪੜੇ ਸਨ ਨਾ ਜੀ, ਉਹ ਵੀ ਜੀਰਨ ਹੋ ਚੁੱਕੇ ਸਨ। ਹਾਂਜੀ, ਉਹਨੇ ਜਹਾਂਗੀਰ ਨੇ ਕੱਪੜੇ ਥੋੜ੍ਹੀ ਦੇਣੇ ਸੀ ਜੀ ਉਹਨਾਂ ਨੂੰ ਜੀ। ਕੱਪੜੇ ਜਿਹੜੇ ਪਾ ਕੇ ਆਏ ਉਹ ਪਏ ਹੋਏ ਸੀਗੇ ਜੀ, ਉਹ ਵੀ ਫਟ ਚੁੱਕੇ ਸੀਗੇ, ਮੈਲੇ ਹੋ ਚੁੱਕੇ ਸਨ। ਤੇ ਤਨ ਛਾਦਨ ਪੀਨਹਿ ਹੋਏ ਸਬਾਈ, ਸਾਰਾ ਸਰੀਰ ਵੀ ਨਹੀਂ ਸੀ ਢੱਕਿਆ ਹੋਇਆ ਜੀ ਉਹਨਾਂ ਦਾ ਜੀ। ਕਿਤੋਂ ਕੱਪੜਾ ਕਿਸੇ ਦਾ ਫਟਿਆ, ਕਿਤੋਂ ਕਿਸੇ ਦਾ ਫਟਿਆ, ਬੁਰੇ ਹਾਲ ਉਹਨਾਂ ਰਾਜਿਆਂ ਦੇ ਜੀ। ਹਾਂਜੀ, ਬੰਧਨ ਭਾਰ ਤਰੇ ਬਹੁ ਪਾਇਨ। ਉੱਤੋਂ ਫਿਰ ਪੈਰਾਂ ਦੇ ਵਿੱਚ ਹੱਥਾਂ ਵਿੱਚ ਬੇੜੀਆਂ ਬੱਝੀਆਂ ਹੋਈਆਂ ਸਨ ਜੀ, ਤੇ ਉਹਨਾਂ ਦੇ ਭਾਰ ਦੇ ਨਾਲ ਵੀ ਹੱਥ ਪੈਰ ਕਮਜ਼ੋਰ ਹੋ ਚੁੱਕੇ ਸਨ ਜੀ। ਹਾਂਜੀ, ਮੰਦ ਹੀ ਮੰਦ ਚਲਿਓ ਜਿਨ ਜਾਈ। ਤੇ ਹੌਲੀ 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 ਸੱਚੇ ਪਾਤਸ਼ਾਹ ਜੀ ਦੇ ਨਾਲ ਜਾ ਰਹੇ ਹਨ। ਹਾਂਜੀ, ਸ਼੍ਰੀ ਹਰ ਗੋਬਿੰਦ ਧੀਰ ਬਿਨਾ, ਕਹੋ ਕੌਣ ਕਰੈ ਦੁਖ ਤੇ ਛੁਟਕਾਈ। ਕਹਿੰਦੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ। ਇਹਨਾਂ ਨੂੰ ਕਿਹਨੇ ਛਡਾਉਣਾ ਸੀਗਾ? ਗੁਰੂ ਸਾਹਿਬ ਨੇ ਮਿਹਰ ਕਰਕੇ ਇਹਨਾਂ ਰਾਜਿਆਂ ਨੂੰ ਛਡਾਇਆ ਹੈ ਜੀ। ਸੰਗਤ ਜੀ ਹੁਣ ਚੇਤਾ ਰੱਖੋ, ਕੋਈ ਨਾ ਕੋਈ ਤੇ ਇਹਨਾਂ ਰਾਜਿਆਂ ਨੇ ਵੀ ਪੁੱਠਾ ਕੰਮ ਕੀਤਾ ਹੋਏਗਾ ਜੀ। ਚਲੋ ਰਾਜੇ ਤੇ ਸਨ, ਪਰ ਕੋਈ ਨਾ ਕੋਈ ਜ਼ਿੰਦਗੀ 'ਚ ਇਹੋ ਜਿਹੇ ਕਰਮ ਕੀਤੇ ਹੋਣਗੇ। ਇਸ ਜਨਮ ਵਿੱਚ ਨਹੀਂ ਤੇ ਪਿਛਲੇ ਜਨਮਾਂ 'ਚ ਕਰਮ ਕੀਤੇ ਹੋਣਗੇ। ਹਾਂਜੀ, ਰਾਜੇ ਲੋਕ ਵੱਡੇ ਵੱਡੇ ਜਾਨਵਰਾਂ ਨੂੰ ਬੰਨ੍ਹ ਕੇ ਰੱਖਦੇ ਹੁੰਦੇ ਆ ਜੀ, ਕੁਝ ਖਾਣ ਨਹੀਂ ਦਿੰਦੇ ਉਹਨਾਂ ਨੂੰ ਜੀ। ਜਾਨਵਰਾਂ ਦੇ ਉੱਥੇ ਜਿੱਥੇ ਸੰਗਲ ਬੰਨ੍ਹਦੇ ਆ ਨਾ ਜੀ, ਉੱਥੇ ਸੰਗਤ ਜੀ ਪੱਕੇ ਹੀ ਸੰਗਲ ਬੱਝੇ, ਉੱਥੇ ਲਾਸ਼ਾਂ ਪੈ ਜਾਂਦੀਆਂ ਉਹਨਾਂ ਦੇ ਜੀ। ਉਹ ਫਿਰ ਜਾਨਵਰ ਮੂੰਹੋਂ ਤਾਂ ਨਹੀਂ ਬੋਲਦੇ ਜੀ, ਹਾਂਜੀ, ਪਰ ਅੰਦਰੋਂ ਤੇ ਬਦਅਸੀਸਾਂ ਨਿਕਲਦੀਆਂ ਨਾ ਜੀ। ਉਹ ਫਿਰ ਬੰਦੇ ਦਾ ਕਰਮ ਬਣ ਜਾਂਦਾ ਜੀ। ਜਾਨਵਰਾਂ ਦੀ ਤਰ੍ਹਾਂ ਇਹਨਾਂ ਰਾਜਿਆਂ ਨੂੰ ਬੰਨਿਆ ਹੋਇਆ ਸੀ, ਜਾਨਵਰਾਂ ਦੀ ਤਰ੍ਹਾਂ ਜੀ। ਹਾਂਜੀ, ਦੇਸ਼ ਵਿਸ਼ੇਸ਼ ਕੋ ਰਾਜ ਖੁਸਿਓ, ਸੁਤ ਭਾਰ ਜਾ ਆਦ ਹਿਤੂ ਨਹਿ ਪਾਸੀ। ਚੇਤਾ ਰੱਖਿਓ, ਜੋ ਬੰਦਾ ਕਿਸੇ ਦੇ ਨਾਲ ਕਰਦਾ ਉਹ ਉਹਦੇ ਨਾਲ ਹੁੰਦਾ ਹੈ ਜੀ।
ਮੰਨ ਲਓ ਹਾਥੀ ਹੈ ਜੀ, ਆਪਣੀ ਸਵਾਰੀ ਲਈ ਰੱਖਣਾ ਜੀ, ਹਾਂਜੀ, ਅਤੇ ਪਹਿਲਾਂ ਉਹਨੂੰ ਬੰਨ੍ਹਣਾ ਜੀ, ਕਈ ਦਿਨ ਰੱਖ ਕੇ ਉਹਨੂੰ ਟ੍ਰੇਨਿੰਗ ਕਰਨੀ, ਅਤੇ ਹਾਥੀ ਨੂੰ ਉਹਦੇ ਪਰਿਵਾਰ ਤੋਂ ਵਿਛੋੜਤਾ ਜੀ, ਉਹ ਦੁਖੀ ਹੋ ਗਿਆ ਜੀ। ਇਸੇ ਹੀ ਤਰ੍ਹਾਂ ਇਹ ਜਿਹੜੇ ਰਾਜੇ ਸੀ ਨਾ, ਆਪਣੇ ਦੇਸ਼ ਤੋਂ ਨਿਕਲੇ, ਭਾਵ ਦੇਸ਼ ਤੋਂ ਦੂਰ ਸਨ ਜੀ। ਫਿਰ ਰਾਜ ਭਾਗ ਖੁੱਸ ਗਿਆ, ਰਾਜ ਨਹੀਂ ਰਿਹਾ ਇਹਨਾਂ ਦਾ ਜੀ। ਹੁਣ ਜਦੋਂ ਇਹਨਾਂ ਆਪਣੇ ਰਾਜ 'ਚ ਜਾਣਾ, ਜਾਂਦਿਆਂ ਥੋੜ੍ਹੀ ਉਹਨਾਂ ਗੱਦੀ 'ਤੇ ਬਿਠਾ ਦੇਣਾ ਜੀ। ਕੀ ਪਤਾ ਉੱਥੇ ਕਿਹੜਾ ਰਾਜਾ ਬੈਠਾ ਹੋਏਗਾ, ਉਹਨੇ ਕਿਹੋ ਜਿਹਾ ਵਿਹਾਰ ਕਰਨਾ ਇਹਨਾਂ ਨਾਲ ਜੀ। ਰਾਜ ਭਾਗ ਖੁੱਸਿਆ ਪਿਆ, ਧੀ ਪੁੱਤ ਪਤਨੀ ਸਭ ਤੋਂ ਦੂਰ ਹੋਏ ਹੋਏ ਨੇ। ਹਾਂਜੀ। ਦੀਹੀ ਮਹਾ ਦੁਰਗੇ ਬੜੋ ਦਿੜ ਜਾਏ ਨਾ ਕੋ ਗੱਡ ਮੈਂ ਬਲ ਰਾਸੀ। ਕਹਿਣ ਲੱਗੇ ਕਿਲਾ ਹੀ ਐਡਾ ਵੱਡਾ, ਕਿਲਾ ਹੀ ਇੰਨਾ ਵੱਡਾ, ਕੋਈ ਸੂਰਮਾ ਉਸ ਕਿਲੇ ਨੂੰ ਢਾਹ ਕੇ ਇਹਨਾਂ ਨੂੰ ਬਾਹਰ ਨਹੀਂ ਸੀ ਕੱਢ ਸਕਦਾ ਜੀ। ਹਾਂਜੀ। ਹੀਨ ਉਪਾਏ ਰਹੇ ਦੁੱਖ ਪਾਏ, ਜੋ ਛੂਟਨ ਤੇ ਨਿਤ ਧਾਰ ਨਿਰਾਸੀ। ਛੂਟਣ ਦੇ ਪਾਸਿਓਂ ਤੇ ਨਿਰਾਸ਼ ਹੋ ਗਏ ਸਨ ਵੀ ਅਸੀਂ ਕਦੀ ਇਸ ਕਿਲੇ ਚੋਂ ਬਾਹਰ ਵੀ ਜਾਵਾਂਗੇ। ਇਹ ਤੇ ਆਸ ਹੀ ਛੱਡ ਦਿੱਤੀ ਸੀ ਇਹਨਾਂ ਨੇ। ਗੱਜ ਕੇ ਆਖੋ ਵਾਹਿਗੁਰੂ। ਉਪਾਏ ਹੀਨ ਹੋ ਚੁੱਕੇ ਸਨ, ਕੋਈ ਯਤਨ ਨਹੀਂ ਸੀ ਇਹਨਾਂ ਕੀਤਾ ਜੀ। ਹਾਂਜੀ, ਜਾਂ ਕਰ ਕਰਕੇ ਥੱਕ ਗਏ ਸਨ, ਉਮੀਦ ਹੀ ਨਹੀਂ ਸੀ ਹੈਗੀ ਵੀ ਅਸੀਂ ਇਸ ਨਰਕ ਚੋਂ ਬਾਹਰ ਆ ਜਾਵਾਂਗੇ। ਹਾਂਜੀ। ਸ਼੍ਰੀ ਹਰ ਗੋਬਿੰਦ ਧੀਰ ਬਿਨਾ, ਕਹੋ ਕੌਣ ਕਰੈ ਅਸ ਬੰਦ ਖਲਾਸੀ। ਇਹੋ ਜਿਹੇ ਮਾੜੇ ਹਾਲਾਤਾਂ ਵਾਲੇ ਬੰਦੇ ਜਿਨ੍ਹਾਂ ਦੇ ਕਰਮਾਂ ਕਰਕੇ ਉਹਨਾਂ ਨੂੰ ਵੱਡਾ ਦੁੱਖ ਮਿਲਿਆ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਪਿਆਰਿਓ, ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਗੈਰ ਕਿਹੜਾ ਐਸਾ ਮਹਾਂਪੁਰਖ ਹੈ ਜਿਹੜਾ ਉਹਨਾਂ ਨੂੰ ਛਡਾਵੇ? ਕਿਹੜਾ ਹੈ? ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਚੇਤਾ ਰੱਖਿਓ, ਮੈਂ ਜਿਸ ਦਿਨ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ 'ਚ ਪ੍ਰਵੇਸ਼ ਹੋਏ ਸਨ, ਉਸੇ ਦਿਨ ਬੇਨਤੀ ਕੀਤੀ ਵੀ ਗਵਾਲੀਅਰ ਜਾਣ ਦੇ ਸਤਿਗੁਰਾਂ ਦੇ ਬੜੇ ਕਾਰਨ ਨੇ ਜੀ। ਦਰੋਗੇ ਹਰਦਾਸ ਨੂੰ ਵੀ ਦਰਸ਼ਨ ਦੇਣੇ ਆ, ਬੜੇ ਕਾਰਨ ਨੇ ਜੀ। ਸੱਚੇ ਪਾਤਸ਼ਾਹ ਇਹਨਾਂ ਦੇ ਕੋਲ ਰਹਿ ਕੇ ਇਹਨਾਂ ਦੇ ਦੁੱਖ ਕੱਟਦੇ ਰਹੇ। ਪਤਾ ਨਹੀਂ ਕਦੋਂ ਦੇ ਅਰਦਾਸਾਂ ਬੇਨਤੀਆਂ ਕਰਦੇ ਹੋਣਗੇ ਜੀ। ਕੌਣ ਆਪਣੇ ਆਪਣੇ ਗੁਰੂ ਪੀਰ ਨੂੰ ਯਾਦ ਕਰਦਾ ਹੋਏਗਾ ਇਹਨਾਂ 'ਚੋਂ? ਤੇ ਮਹਾਰਾਜ ਸਾਰਿਆਂ ਦੇ ਰਾਖੇ ਬਣ ਕੇ ਉੱਥੇ ਗਏ ਜੀ। ਹੁਣ ਚੇਤਾ ਰੱਖਿਓ, ਕਈ ਦੁੱਖ ਬੰਦੇ ਦੇ ਕਰਮਾਂ 'ਚ ਹੀ ਲਿਖੇ ਜਾਂਦੇ ਜੀ। ਆਖੋ ਵਾਹਿਗੁਰੂ। ਕਈ ਦੁੱਖ ਬੰਦੇ ਦੇ ਕਰਮਾਂ 'ਚ ਹੀ ਲਿਖੇ ਜਾਂਦੇ, ਜਿਵੇਂ ਇਹਨਾਂ ਦੇ ਕਰਮਾਂ 'ਚ ਹੀ ਦੁੱਖ ਸੀਗੇ ਜੀ। ਪਰ ਇਹਨਾਂ ਦੀ ਕਿਸਮਤ ਚੰਗੀ, ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਆਏ ਤੇ ਇਹ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਡਿੱਗ ਗਏ ਜੀ। ਕਰਮਾਂ 'ਚ ਲਿਖੇ ਹੋਏ ਦੁੱਖ ਜਿਹੜੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਿਹਰ ਦੇ ਨਾਲ ਕੱਟੇ ਗਏ ਜੀ, ਕੱਟੇ ਗਏ ਜੀ। ਹੁੰਦੇ ਕਰਮਾਂ 'ਚ ਦੁੱਖ ਹੁੰਦੇ ਬੰਦੇ ਦੇ ਜੀ, ਪਰ ਬੰਦਾ ਨੀਵਾਂ ਹੋ ਕੇ ਸਤਿਗੁਰਾਂ ਦੇ ਚਰਨਾਂ 'ਚ ਕਰੇ ਬੇਨਤੀਆਂ, ਲਵੇ ਤਰਲੇ, ਤੇ ਕਰਮਾਂ 'ਚ ਲਿਖੇ ਹੋਏ ਦੁੱਖ ਵੀ ਕੱਟੇ ਜਾਂਦੇ ਜੀ। ਹਾਂਜੀ। ਦੇਸ਼ ਵਿਦੇਸ਼ਨ ਜੀਤ ਭਲੇ, ਇੱਕ ਰਾਜ ਭਇਓ ਬੜ ਤੇਜ ਪ੍ਰਕਾਸ਼ੀ। ਉਧਰ ਸਾਰੇ ਦੇਸ਼ ਵਿਦੇਸ਼ ਜਹਾਂਗੀਰ ਨੇ ਜਿੱਤੇ ਸੀਗੇ ਜੀ। ਇੱਕ ਰਾਜ ਕੀਤਾ ਸੀਗਾ ਉਹਨੇ ਸਾਰਾ ਜੀ, ਜੋ ਭਾਵੇਂ ਰਾਜਸਥਾਨ ਹੈ, ਕੋਈ ਹੈ, ਸਾਰਿਆਂ ਤੇ ਮਾਲਕੀ ਉਹਦੀ ਸੀਗੀ ਜੀ। ਹਾਂਜੀ। ਨਾਹੇ ਰਹਿਓ ਅਵਨੀਤਲ ਕੋ ਅਸ, ਜੋ ਰਣ ਠਾਣ ਕਰੈ ਬਲ ਨਾਸ਼ੀ। ਭਾਰਤ ਦੇ ਵਿੱਚ ਇਹੋ ਜਿਹਾ ਕੋਈ ਰਾਜ ਨਹੀਂ ਸੀ ਜਹਾਂਗੀਰ ਨੇ ਰਹਿਣ ਦਿੱਤਾ ਸੰਗਤ ਜੀ, ਜਿਹਨੂੰ ਉਹਨੇ ਜਿੱਤ ਕੇ ਆਪਣੇ ਰਾਜ 'ਚ ਸ਼ਾਮਲ ਨਹੀਂ ਸੀ ਕੀਤਾ ਜੀ। ਹਾਂਜੀ। ਦੀਹੀ ਵਧਿਓ ਤੁਰਕੇਸ਼ ਪ੍ਰਤਾਪ, ਗਹਿਰੇ ਪਤਾਹੇ ਨਾ ਸ਼ੋਰਨ ਆਸੀ। ਤੇ ਉਹਨੂੰ ਆਸ ਵੀ ਨਹੀਂ ਸੀ ਹੈਗੀ ਕਦੀ ਵੀ ਮੈਂ ਛੱਡ ਦੇਣੇ ਰਾਜੇ। ਗੱਜ ਕੇ ਆਖੋ ਵਾਹ। ਉਹਦਾ ਤੇਜ ਪ੍ਰਤਾਪ ਵਧਿਆ ਸੀ। ਹੁਣ ਉਹਨੇ ਕੈਦ ਕੀਤੇ ਸੀ, ਛੱਡਣ ਦੀ ਤੇ ਕੀਤੇ ਹੀ ਨਹੀਂ ਸੀਗੇ ਜੀ, ਵੀ ਇਹਨਾਂ ਨੂੰ ਸਮੇਂ ਨਾਲ ਛੱਡਣਾ। ਉਹਨੇ ਤੇ ਪੱਕਾ ਹੀ ਕੈਦ ਕੀਤਾ ਸੀਗਾ ਇਹਨਾਂ ਨੂੰ, ਤੇ ਉਹਨੂੰ ਆਸ ਵੀ ਨਹੀਂ ਸੀ ਵੀ ਮੈਨੂੰ ਛੱਡਣੇ ਪੈਣਗੇ। ਹਾਂਜੀ। ਸ਼੍ਰੀ ਹਰ ਗੋਬਿੰਦ ਧੀਰ ਬਿਨਾ, ਕਹੋ ਕੌਣ ਕਰੈ ਅਸ ਬੰਦ ਖਲਾਸੀ। ਕਹਿੰਦੇ ਇਹੋ ਜਿਹੇ ਬੰਦਿਆਂ ਦੀ ਬੰਦ ਖਲਾਸੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਗੈਰ ਦੂਜਾ ਕੌਣ ਕਰ ਸਕਦਾ ਹੈ? ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੰਗਤ ਜੀ, ਗੁਰੂ ਜੀ ਨੇ ਬੜਿਆਂ ਦਾ ਭਲਾ ਕੀਤਾ ਜੀ। ਸੱਚੇ ਪਾਤਸ਼ਾਹ ਆਏ ਹੀ ਸਾਡਾ ਭਲਾ ਕਰਨ ਵਾਸਤੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠੇ ਸਾਡਾ ਭਲਾ ਕਰਨ ਲਈ ਬੈਠੇ ਨੇ ਜੀ। ਹਾਂਜੀ। ਇੱਥੋਂ ਥੋੜ੍ਹੀ ਦੂਰ ਸੌੜੀਆਂ ਪਿੰਡ ਹੈਗਾ ਜੀ, ਸੌੜੀਆਂ ਪਿੰਡ ਹੈਗਾ। ਸੌੜੀਆਂ ਪਿੰਡ 'ਚ ਨਾਨਕਸਰ ਸਥਾਨ ਬਣਿਆ ਮਹਾਰਾਜ ਦਾ ਜੀ।
ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਮਹਾਰਾਜ ਨੇ ਕਿਵੇਂ ਭਲਾ ਕੀਤਾ ਦੁਨੀਆ ਦਾ ਜੀ। ਮਹਾਰਾਜ ਨੇ ਜਦੋਂ ਉੱਥੇ ਸੱਚੇ ਪਾਤਸ਼ਾਹ ਨੇ ਚਰਨ ਪਾਏ ਤੇ ਉੱਥੋਂ ਦਾ ਰਾਜਾ ਆ ਗਿਆ ਜੀ, ਉਸ ਨਗਰ ਦਾ। ਬੜੇ ਉਹਨੇ ਪੀਰਾਂ ਨੂੰ ਵੀ ਯਾਦ ਕੀਤਾ, ਬੜੇ ਦੇਵੀ ਦੇਵਤਿਆਂ, ਜੋ ਪੀਰ ਔਲੀਏ ਸਾਰੇ ਮਨਾਏ। ਉਹਦੇ ਪੁੱਤਰ ਨਹੀਂ ਸੀ ਹੈਗਾ ਜੀ। ਹਾਂਜੀ, ਤੇ ਉਹਨੇ ਨਾ ਜੀ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਨੇ ਕੀਰਤਨ ਕੀਤਾ, ਉਹਨੂੰ ਬੜਾ ਆਨੰਦ ਆਇਆ ਜੀ। ਕਹਿੰਦਾ ਮਹਾਰਾਜ ਮੇਰੇ ਤੇ ਮਿਹਰ ਕਰ ਦਿਓ। ਸਤਿਗੁਰੂ ਕਹਿਣ ਲੱਗੇ ਕੋਈ ਨਹੀਂ, ਮਿਹਰ ਹੋ ਜਾਏਗੀ, ਪਰ ਤੂੰ ਬੜਿਆਂ ਨੂੰ ਮਨਾਇਆ। ਕਹਿਣ ਲੱਗੇ ਬੜਿਆਂ ਦੀ ਪੂਜਾ ਕੀਤੀ। ਜੇ ਧੀ ਪੁੱਤ ਹੋ ਗਿਆ ਤੂੰ ਕਹਿਣਾ ਉਹਨਾਂ ਦਿੱਤਾ। ਜਾ ਬਚਨ ਕਰਦੇ ਆ ਪੁੱਤਰ ਹੋਏਗਾ ਤੇਰੇ ਘਰ, ਤੇ ਜਿੰਨਾ ਚਿਰ ਨਹੀਂ ਹੁੰਦਾ ਤੇਰੇ ਕੋਲ ਹੀ ਰਵਾਂਗੇ। ਕਹਿਣ ਲੱਗੇ 9 ਮਹੀਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਰਹੇ ਇੱਥੇ। ਗੱਜ ਕੇ ਆਖੋ ਵਾਹਿਗੁਰੂ। ਉਹਦੇ ਘਰ ਪੁੱਤਰ ਹੋਇਆ ਤੇ ਫਿਰ ਸੱਚੇ ਪਾਤਸ਼ਾਹ ਉੱਥੋਂ ਗਏ ਜੀ। ਨਾਲ ਮਹਾਰਾਜ ਦੇ ਰੋਜ਼ ਦਰਸ਼ਨ ਕਰਨ ਆਉਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਕਰਮਾਂ 'ਚ ਨਹੀਂ ਸੀ ਹੈਗਾ, ਤੇਰੇ ਕਰਮਾਂ 'ਚ ਨਹੀਂ ਸੀ ਹੈ, ਇਹ ਤੇ ਰੱਬ ਦੀ ਮਿਹਰ ਹੋ ਗਈ। ਕਹਿਣ ਲੱਗੇ ਤੇਰੇ ਤੇ ਬੜਿਆਂ ਦਾ ਭਲਾ ਕੀਤਾ। ਸੰਗਤ ਜੀ, ਗੁਰੂ ਸਾਹਿਬ ਆਏ ਹੀ ਸਾਡਾ ਭਲਾ ਕਰਨ ਵਾਸਤੇ ਹੈ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਸਹਿਤ ਜਦੋਂ ਸਿੱਧਾਂ ਦੇ ਕੋਲ ਗਏ, ਤੇ ਇੱਕ ਹੋਰ ਫਿਰਕਾ ਸੀ ਸਾਧੂਆਂ ਦਾ ਜੀ। ਕਮਾਈਆਂ ਕੀਤੀਆਂ ਸੀਗੀਆਂ, ਜ਼ਿੰਦਗੀਆਂ ਲਾਈਆਂ ਸਨ, ਪਰ ਰਿੱਧੀਆਂ ਸਿੱਧੀਆਂ 'ਚ ਫਸੇ ਸੀਗੇ ਜੀ। ਤੇ ਮਹਾਰਾਜ ਜਦੋਂ ਉਸ ਤੀਰਥ ਤੇ ਪਹੁੰਚੇ ਨਾ ਜੀ, ਤੇ ਉੱਥੇ ਜਿਹੜੇ ਸਾਧੂ ਲੋਕ ਸੀ ਨਾ ਜੀ, ਪਾਣੀ ਦੇ ਉੱਤੇ ਬੈਠੇ ਸੀ ਚੌਂਕੜੀ ਮਾਰ ਕੇ ਜੀ। ਪਾਣੀ ਦੇ ਉੱਤੇ ਗੱਜ ਕੇ ਆਖੋ ਵਾਹਿਗੁਰੂ। ਲੋਕ ਵਿਚਾਰੇ ਵੇਖ ਵੇਖ ਮੱਥਾ ਟੇਕਣ ਜੀ, ਉਹਨਾਂ ਨੂੰ ਪੈਸੇ ਚੜਾਉਣ ਜੀ। ਉਹ ਸਾਧੂਆਂ ਦਾ ਰੋਜੀ ਰੋਟੀ ਚੱਲੇ ਜੀ। ਬੜਾ ਉਹਨਾਂ ਨੂੰ ਆਨੰਦ ਬਣਿਆ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਬੰਦੇ ਤੇ ਚੰਗੇ ਹੈਗੇ ਆ, ਇਸ ਪਾਸੇ ਲੱਗੇ ਨੇ, ਬੰਦੇ ਚੰਗੇ ਨੇ, ਪਰ ਇਹਨਾਂ ਨੂੰ ਅੱਗੇ ਤੋਰਨਾ ਪੈਣਾ। ਰੁਕ ਗਏ ਨੇ ਇਹ। ਰਿੱਧੀ ਸਿੱਧੀ ਵੀ ਬੰਧਨ ਬਣ ਜਾਂਦਾ ਜੀ, ਰਿੱਧੀ ਸਿੱਧੀ ਬੰਧਨ ਬਣ ਜਾਂਦਾ ਜੀ। 24 ਸਾਲ ਮਹਾਂਪੁਰਖਾਂ ਨੇ, ਇੱਕ ਮਹਾਤਮਾ ਨੇ ਲਾਏ ਜੀ, ਤੇ ਮੂੰਹੋਂ ਅੱਗ ਕੱਢਦਾ ਸੀਗਾ ਜੀ ਉਹ। ਦੂਜਾ ਮਹਾਤਮਾ ਕਮਾਈ ਵਾਲਾ ਸੀ, ਉਹਦੇ ਕੋਲ ਗਿਆ, ਉਹਦੇ ਚੇਲੇ ਨਾਲ ਸਨ। ਦੂਜੇ ਸਾਧੂ ਦੇ ਚੇਲੇ ਕਹਿਣ ਲੱਗੇ ਮਹਾਂਪੁਰਖੋ ਇਹ ਮੂੰਹੋਂ ਅੱਗ ਕੱਢਦੇ ਆ। ਉਹ ਦੂਜੇ ਮਹਾਤਮਾ ਕਹਿਣ ਲੱਗੇ ਅੱਛਾ ਤੁਸੀਂ ਅੱਗ ਕੱਢ ਕੇ ਵਿਖਾਓ। ਉਹ 2 ਮਿੰਟ ਬੈਠਾ, ਮੂੰਹ ਖੋਲ੍ਹਿਆ, ਅੱਗ ਦੀ ਲਾਟ ਕੱਢੀ। ਸਰੀਰ 'ਚ ਬੜਾ ਕੁਝ ਹੈ ਨਾ। ਕਹਿੰਦੇ ਹੋਰ? ਕਹਿੰਦਾ ਜੀ ਬਸ ਥੋੜ੍ਹੀ ਇਹ ਗੱਲ ਮੂੰਹ 'ਚੋਂ ਅੱਗ ਕੱਢਣੀ। ਉਹ ਕਹਿੰਦੇ ਹੱਦ ਹੋ ਗਈ, 24 ਸਾਲ ਲਾਏ ਤੇ ਮੂੰਹ 'ਚੋਂ ਅੱਗ ਕੱਢਣਾ ਹੀ ਸਿੱਖਿਆ। ਗੱਜ ਕੇ ਆਖੋ। ਕਹਿੰਦਾ ਇੰਨੇ ਪਹਾੜ ਤੇ ਬੈਠਾ, ਮੂੰਹ 'ਚੋਂ ਅੱਗ ਕੱਢਣਾ ਹੀ ਸਿੱਖਿਆ ਜੀ। ਥੱਲੇ ਚੱਲ ਕਹਿਣ ਲੱਗਾ ਲੋਕੀ ਵੈਸੇ ਇੱਕ ਦੂਜੇ ਨੂੰ ਬੁਰਾ ਬੋਲ ਕੇ ਮੂੰਹ ਅੱਗ ਕੱਢ ਰਹੇ ਨੇ। ਸਮਾਂ ਲਾਇਆ ਸੀ ਤੇ ਰੱਬ ਹਿਰਦੇ ਵਿੱਚ ਵਸਦਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਵੇਖਿਆ ਜੀ ਉਹ ਸਾਧੂ ਵਿਚਾਰੇ ਫਸੇ ਪਏ, ਬੰਧਨ ਪੈ ਗਏ ਜੀ, ਤੇ ਲੋਕ ਮੱਥਾ ਟੇਕਦੇ ਸੀਗੇ ਜੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੀਰਤਨ ਕੀਤਾ ਜੀ। ਜਦੋਂ ਮਹਾਰਾਜ ਨੇ ਕੀਰਤਨ ਕੀਤਾ, ਉਹਨਾਂ ਸਾਧੂਆਂ ਦੇ ਮਨ ਨੂੰ ਸ਼ਾਂਤੀ ਆਈ। ਉਹ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਬੈਠ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਗੱਲਬਾਤ ਹੋਈ ਜੀ। ਮਹਾਰਾਜ ਕਹਿੰਦੇ ਤੁਸੀਂ ਬੜਾ ਵੱਡਾ ਜਪ ਤਪ ਕੀਤਾ ਹੈ, ਪਰ ਮਹਾਰਾਜ ਕਹਿੰਦੇ ਰੁਕ ਗਏ। ਇਹ ਵੀ ਕੋਈ ਗੱਲ ਹੈਗੀ? ਕਹਿਣ ਲੱਗੇ ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਪਾਣੀ ਦੇ ਉੱਤੇ ਚੌਂਕੜੀ ਮਾਰ ਕੇ ਬੈਠੇ ਰਹਿਣਾ। ਕਹਿੰਦੇ ਜੀ ਕਿਉਂ ਨਹੀਂ ਵੱਡੀ ਗੱਲ ਹੈਗੀ? ਕਹਿੰਦੇ ਫਿਰ ਤੁਸੀਂ ਇਹਦੇ ਤੋਂ ਵੀ ਵੱਡੀ ਕਰਾਮਾਤ ਵਿਖਾ ਦਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਸੁਣੋ। ਪੱਥਰ ਪਾਣੀ 'ਚ ਤਰਦਾ ਕਿ ਡੁੱਬਦਾ? ਕਹਿੰਦੇ ਜੀ ਡੁੱਬ ਜਾਂਦਾ, ਡੁੱਬ ਜਾਂਦਾ। ਮਹਾਰਾਜ ਕਹਿੰਦੇ ਰੱਬ ਚਾਹਵੇ ਨਾ, ਮੇਰਾ ਪਰਮੇਸ਼ਰ ਚਾਹਵੇ ਤੇ ਪੱਥਰ ਵੀ ਤਰ ਜਾਂਦਾ। ਕਹਿੰਦੇ ਜੀ ਹੋ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਜੇ ਪਰਮੇਸ਼ਰ ਨੇ ਚਾਹਿਆ ਤੇ ਵਿਖਾ ਦਿਆਂਗੇ। ਉਹ ਨਾ ਸ਼ਰਦਾਈ ਘੋਟਦੇ ਸੀਗੇ ਜੀ ਉਹ ਜੀ, ਤੇ ਕਿੰਨਾ ਵੱਡਾ ਕੁੰਡਾ ਬਣਾਇਆ ਸੀ ਉਹਨਾਂ ਨੇ ਜੀ। 7-8 ਜਣੇ ਉਸ ਕੁੰਡੇ ਨੂੰ ਫੜ ਕੇ ਤੇ ਸੰਗਤ ਜੀ ਦੂਜੀ ਥਾਂ ਤੇ ਰੱਖਦੇ ਸੀਗੇ, ਤੇ 4-5 ਜਣੇ ਵਿੱਚ ਡੰਡਾ ਫੇਰਦੇ ਹੁੰਦੇ ਸੀਗੇ।
ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਾ ਜੀ ਉਹ ਕੁੰਡਾ ਚੁੱਕ ਕੇ ਲੈ ਕੇ ਆਓ। ਤੇ ਸਾਧੂ ਹੱਸਣ ਸਾਰੇ ਵੀ ਸਾਡੇ ਮੋਟੇ ਮੋਟੇ ਬੰਦੇ 7-8 ਜਣੇ ਰਲ ਕੇ ਕੁੰਡਾ ਚੁੱਕਦੇ ਆ, ਇਹ ਮਾੜੂ ਜਿਹਾ ਇਕੱਲਾ ਹੀ ਕਿਵੇਂ ਚੁੱਕ ਲੇਗਾ। ਤੇ ਭਾਈ ਮਰਦਾਨਾ ਜੀ ਨੇ ਸੱਜੇ ਹੱਥ ਨਾਲ ਵੀ ਨਾ ਚੁੱਕਿਆ ਜੀ, ਭਾਈ ਮਰਦਾਨਾ ਜੀ ਖੱਬੇ ਹੱਥ ਨਾਲ ਚੁੱਕ ਕੇ ਲੈ ਆਏ ਜੀ। ਗੱਜ ਕੇ ਆਖੋ ਵਾਹਿਗੁਰੂ। ਖੱਬੇ ਹੱਥ 'ਚ ਜ਼ੋਰ ਜਾਨ ਜਿਹੜੀ ਹੈ ਨਾ ਸੱਜੇ ਨਾਲੋਂ, ਕਿਉਂ ਸੱਜੇ ਨਾਲ ਕੰਮ ਹੀ ਜ਼ਿਆਦਾ ਕਰਦੇ ਆ ਜੀ, ਤੇ ਖੱਬੇ ਦਾ ਵਰਤੋਂ ਘੱਟ ਹੁੰਦੀ ਹੈ, ਮੰਨਦੇ ਆ ਵੀ ਘੱਟ ਹੁੰਦੀ ਹੈ ਜਾਨ। ਉਹ ਖੱਬੇ ਨਾਲ ਚੁੱਕ ਲਿਆਏ ਜੀ। ਉਹ ਵੇਖ ਕੇ ਹੈਰਾਨ। ਤੇ ਭਾਈ ਮਰਦਾਨਾ ਜੀ ਨੂੰ ਮਹਾਰਾਜ ਕਹਿੰਦੇ, ਮਰਦਾਨਿਆ ਸ੍ਰੀ ਪਰਮੇਸ਼ਰ ਦਾ ਨਾਮ ਲੈ ਕੇ ਇਹਨੂੰ ਪਾ ਹਾਂ ਨਹਿਰ ਤੇ। ਤੋ ਵੱਡਾ ਕੁੰਡਾ ਹੈ ਹੀ ਸਾਰਾ ਪੱਥਰ, ਗੁਰੂ ਨਾਨਕ ਸਾਹਿਬ ਨੇ ਦ੍ਰਿਸ਼ਟੀ ਪਾਈ ਤੋਂ ਤਰਨ ਲੱਗ ਪਿਆ ਜੀ, ਤਰਨ ਲੱਗ ਪਿਆ। ਤੇ ਫਿਰ ਸੱਚੇ ਪਾਤਸ਼ਾਹ ਜੀ ਦੇ ਚਰਨੀ ਪਏ। ਮਹਾਰਾਜ ਕਹਿੰਦੇ ਤੁਸੀਂ ਐਵੇਂ ਹੀ ਮਾਣ ਕਰਕੇ ਬੰਧਨਾਂ 'ਚ ਫਸੇ ਸੀਗੇ, ਐਵੇਂ ਹੀ ਫਸੇ ਸੀਗੇ। ਮਹਾਰਾਜ ਕਹਿਣ ਲੱਗੇ ਨਾਮ ਜਪੋ ਪਰਮੇਸ਼ਰ ਦਾ, ਤੇ ਆਪਣਾ ਵੀ ਭਲਾ ਕਰੋ ਤੇ ਦੂਜਿਆਂ ਨੂੰ ਵੀ ਇਸ ਪਾਸੇ ਲਾਓ। ਕਿਉਂ ਫਸੇ ਜੇ ਇਸ ਪਾਸੇ? ਜਿਹੜਾ ਪਾਣੀ ਤੇ ਪੱਥਰਾਂ ਨੂੰ ਤਾਰ ਸਕਦਾ ਉਹ ਤੁਹਾਨੂੰ ਵੀ ਤਾਰ ਸਕਦਾ, ਕਹਿਣ ਲੱਗੇ। ਇਸ ਕਰਕੇ ਗੁਰੂ ਸਾਹਿਬ ਹੀ ਏਡਾ ਵੱਡਾ ਉਪਕਾਰ ਕਰਦੇ। ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਮਿਹਰ ਕਰਦੇ। ਇਹ ਵੀ ਤੇ ਬੰਧਨ ਹੀ ਸੀਗਾ ਰਿੱਧੀਆਂ ਸਿੱਧੀਆਂ ਦਾ ਜੀ। ਹਾਂਜੀ। ਦੋਹਰਾ ਪਰਵਾਰਤ ਖਸ ਫਸ ਮਹਾ ਮਹੀ ਪਾਲ ਤਿਸ ਕਾਲ। ਪਰਿਵਾਰਾਂ ਤੋਂ ਦੂਰ ਰਾਜੇ ਰਹਿ ਰਹੇ ਸਨ। ਸੰਗਤ ਜੀ ਬੜੀ ਬੁਰੀ ਤਰ੍ਹਾਂ ਫਸੇ ਹੋਏ ਸਨ। ਦੁਰਗ ਪੌਰ ਨਿਕਸੇ ਗੁਰੂ ਕੌਤਕ ਹੋਤ ਵਿਸਾਲ। ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਰਾਜਿਆਂ ਨੂੰ ਛਡਾ ਕੇ ਕਿਲੇ ਦੇ ਦਰਵਾਜ਼ੇ ਦੇ ਅੱਗੇ ਆਏ। ਬੜਾ ਵੱਡਾ ਕੌਤਕ ਸੀਗਾ ਜੀ, ਕੋਈ ਨਹੀਂ ਸੀ ਇਹ ਕਰ ਸਕਦਾ ਜੀ। ਹਾਂਜੀ। ਚੌਪਈ ਲੋਕ ਹਜ਼ਾਰੋਂ ਹੇਰਨ ਹੇਤ ਮਿਲੇ ਆਏ ਹੋਏ ਸ਼ੀਘਰ ਸਮੇਤ। ਹਜ਼ਾਰਾਂ ਲੋਕ ਇਕੱਠੇ ਹੋ ਕੇ ਆਏ ਵੀ ਵੇਖੀਏ ਤੇ ਸਹੀ ਉਹਨਾਂ ਰਾਜਿਆਂ ਦਾ ਕੀ ਹਾਲ ਹੈ। ਕਈ ਸਦੀਆਂ ਹੋ ਗਈਆਂ ਸੀ ਅੰਦਰ ਵਾੜੇ ਸਨ ਉਹਨੇ। ਹਾਂਜੀ। ਭਾਈ ਦੂਰ ਲਗ ਪੰਗਤ ਖਰੀ। ਕਈਆਂ ਨੂੰ ਜਹਾਂਗੀਰ ਨੇ ਕੈਦ ਕੀਤਾ, ਕਈਆਂ ਨੂੰ ਜਹਾਂਗੀਰ ਦੇ ਵੱਡਿਆਂ ਨੇ ਕੈਦ ਕੀਤਾ ਸੀਗਾ ਜੀ। ਹਜ਼ਾਰਾਂ ਲੋਕ ਵੇਖਣ ਵਾਸਤੇ ਖਲੋ ਗਏ। ਗੁਰ ਦਰਸ਼ਨ ਲੈ ਬੰਦਨ ਕਰੀ। ਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਆ। ਹਾਂਜੀ। ਉੱਚ ਰਹਿ ਸੁਜਸ ਮਹਾ ਜਿਸ ਕਾਲਾ। ਤੇ ਉਸ ਸਮੇਂ ਤਿਸ ਕਾਲਾ, ਉਸ ਸਮੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵੱਡਾ ਜਸ ਕਰਦੇ ਆ। ਧੰਨ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਗਰੀਬ ਨਵਾਜ, ਜਿਨ੍ਹਾਂ ਨੇ ਇਹੋ ਜਿਹੇ ਰਾਜਿਆਂ ਨੂੰ ਛਡਾਇਆ ਜੀ। ਹਾਂਜੀ। ਬੰਦ ਖਲਾਸੀ ਜਾਨ ਨਿਰਪਾਲਾ। ਵੱਡੇ ਰਾਜਿਆਂ ਦੀ ਬੰਦ ਖਲਾਸੀ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਮਹਾਰਾਜ ਗਰੀਬ ਨਵਾਜ ਧੰਨ ਹਨ। ਹਾਂਜੀ। ਤੁਮ ਬਿਨ ਕੌਣ ਕਰੇ ਅਸ ਕਾਜ। ਹੇ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਇਹ ਕੰਮ ਕੌਣ ਕਰ ਸਕਦਾ ਸੀ। ਲੋਕ ਖਲੋਤੇ ਕਹਿ ਰਹੇ, ਔਰ ਕਰ ਵੀ ਨਹੀਂ ਸੀ ਸਕਦਾ ਕੋਈ ਦੂਜਾ ਜੀ। ਹਾਂਜੀ। ਬਿਰਧ ਸੰਭਾਰ ਗਰੀਬ ਨਿਵਾਜ। ਮਹਾਰਾਜ ਤੁਸੀਂ ਗਰੀਬ ਨਵਾਜ ਹੋ ਸੱਚੇ ਪਾਤਸ਼ਾਹ। ਲੋਕ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਕਰਦੇ ਆ। ਆਪਾਂ ਵੀ ਕਹੀਏ ਸਤਿਗੁਰ ਬੰਦੀ ਛੋੜ ਹੈ, 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 ਸਤਿਗੁਰ ਬੰਦੀ ਛੋੜ ਹੈ। ਹਾਂਜੀ। ਬਸਤਰ ਵਿਭੂਖਣ ਸ਼ਸਤਰ ਸਜੰਤੇ, ਢੀਲ ਵਿਸਾਲ ਚਲੰਤ ਦੁੱਤਵੰਤੇ। ਤੁਸੀਂ ਰਾਜਿਆਂ ਬਾਰੇ ਵੀ ਸੁਣਿਆ, ਬੁਰੇ ਹਾਲ ਸਨ ਜੀ, ਕੱਪੜੇ ਫਾਟੇ, ਕਈ ਥਾਵਾਂ ਤੋਂ ਨਗਨ ਹੀ ਸਨ ਜੀ। ਇਧਰ ਸੱਚੇ ਪਾਤਸ਼ਾਹ ਜੀ ਨੇ ਸੋਹਣਾ ਝੋਲਾ ਪਾਇਆ, ਕਲਗੀ ਸਜਾਈ, ਬੜਾ ਤੇਜ ਪ੍ਰਤਾਪ, ਢੀਲ ਡੌਲ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ ਜੀ। ਨਿਕਸ ਦੁਰਗ ਤੇ ਬਾਹਰ ਖਰੇ। ਮਹਾਰਾਜ ਫਿਰ ਕਿਲੇ ਚੋਂ ਨਾ ਜੀ ਨਿਕਲ ਕੇ ਬਾਹਰ ਖਲੋ ਗਏ ਜੀ। ਸਭ ਰਾਜੇ ਬਾਹਰ ਆ ਗਏ ਬੜੇ ਚਿਰ ਬਾਅਦ। ਸੰਗਤ ਜੀ ਕਈ ਰਾਜੇ ਜਵਾਨ ਸਨ, ਬੁੱਢੇ ਹੋ ਗਏ ਜੀ ਉੱਥੇ ਜੀ, ਬੜੇ ਚਿਰ ਬਾਅਦ ਬਾਹਰ ਆਏ ਜੀ ਉਹ ਜੀ। ਹਾਂਜੀ। ਤਬ ਹੈ ਲੋਹਾਰ ਹਕਾਰਨ ਕਰੇ। ਫਿਰ ਕਿਉਂ ਬੇੜੀਆਂ ਪਈਆਂ ਹੀ ਸਨ ਉਹਨਾਂ ਦੇ ਪੈਰਾਂ 'ਚ, ਹੱਥਾਂ 'ਚ ਬੇੜੀਆਂ ਸਨ, ਪੈਰਾਂ 'ਚ ਬੇੜੀਆਂ ਸਨ। ਸੱਚੇ ਪਾਤਸ਼ਾਹ ਜੀ ਨੇ ਲੋਹਾਰ ਸੱਦਿਆ ਜੀ। ਹਾਂਜੀ।
ਸਭ ਕੇ ਪਗ ਬੰਧਨ ਕਟਵਾਏ। ਮਹਾਰਾਜ ਕਹਿਣ ਲੱਗੇ ਭਾਈ ਇਹਨਾਂ ਦੇ ਚਰਨਾਂ ਦੇ ਬੰਧਨ ਕੱਟ ਦਿਓ, ਹੱਥਾਂ ਦੇ ਬੰਧਨ ਕੱਟ ਦਿਓ। ਸਾਰਿਆਂ ਦੀਆਂ ਬੇੜੀਆਂ ਕਟਾਈਆਂ ਸੱਚੇ ਪਾਤਸ਼ਾਹ ਜੀ ਨੇ। ਤੇ ਸੰਗਤ ਜੀ ਆ ਜ਼ਿੰਦਗੀ ਵੀ ਬੇੜੀ 'ਚ, ਅਰਦਾਸ ਕਰੋ ਮਹਾਰਾਜ ਇਹਦੇ ਤੋਂ ਵੀ ਪਾਰ ਉਤਾਰਾ ਕਰਨਾ। ਹਾਂਜੀ, ਹੋਏ ਨਿਰਬੰਧ ਮਹਿ ਪਹਰ ਖਾਏ। ਸਾਰੇ ਰਾਜੇ ਫਿਰ ਨਿਰਬੰਧ ਹੋਏ ਜੀ, ਬਿਨਾਂ ਬੰਧਨਾਂ ਤੋਂ ਹੋ ਗਏ। ਹੱਥਾਂ ਦੀਆਂ ਪੈਰਾਂ ਦੀਆਂ ਬੇੜੀਆਂ ਖੁੱਲ ਗਈਆਂ। ਜਿਮ ਸਿੱਖਣ ਪਰ ਕਿਰਪਾ ਧਾਰੈ। ਕਹਿਣ ਲੱਗੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਆਪਣੇ ਪਿਆਰਿਆਂ ਤੇ ਕਿਰਪਾ ਕਰਦੇ ਹੈ, ਆਪਣੇ ਸੇਵਕਾਂ ਤੇ ਕਿਰਪਾ ਕਰਦੇ ਹਨ। ਕਰਮ ਬੰਧ ਤਤ ਛਿਨ ਕੱਟ ਡਾਰੈ। ਕੀ ਸੱਚੇ ਪਾਤਸ਼ਾਹ ਉਹਨਾਂ ਦੇ ਕਰਮਾਂ ਦੇ ਬੰਧਨ ਵੀ ਕੱਟ ਦਿੰਦੇ ਹਨ। ਗੱਜ ਕੇ ਆਖੋ ਵਾਹਿਗੁਰੂ। ਕਰਮਾਂ ਦੇ ਬੰਧਨ ਵੀ ਕੱਟ ਦਿੰਦੇ। ਕਰਮਾਂ ਦੇ ਜੋ ਕੀਤਾ, ਮਾੜਾ ਕਰਮ ਕੀਤਾ, ਬੰਧਨ ਬਣ ਗਿਆ ਜੀ, ਉਹ ਵੀ ਕੱਟ ਦਿੰਦੇ ਮਹਾਰਾਜ। ਹਾਂਜੀ, ਤਿਮ ਲੋਕਨ ਦ੍ਰਿਸ਼ਟਾਂਤ ਦਿਖਾਇਓ। ਬਸ ਇਹ ਮਹਾਰਾਜ ਨੇ ਦ੍ਰਿਸ਼ਟਾਂਤ ਵਿਖਾਇਆ ਇੱਕ ਵੀ ਉਹਨਾਂ ਦੇ ਕਰਮਾਂ 'ਚ ਕੈਦ ਸੀ, ਕਿਵੇਂ ਉਹਨਾਂ ਦੇ ਬੰਧਨ ਕੱਟ ਦਿੱਤੇ ਸੱਚੇ ਪਾਤਸ਼ਾਹ ਜੀ ਨੇ। ਜੋ ਚੱਲ ਸਤਿਗੁਰ ਸ਼ਰਣੀ ਭਾਈ ਜਿਹੜਾ ਮਹਾਰਾਜ ਜੀ ਦੀ ਸ਼ਰਣੀ ਆਏਗਾ ਉਹਦਾ ਇਸੇ ਤਰ੍ਹਾਂ ਹੀ ਭਲਾ ਹੋਏਗਾ। ਇਹ ਮਹਾਰਾਜ ਨੇ ਵਿਖਾਤਾ। ਕਿਹਾ ਸੀ ਨਾ ਵਜ਼ੀਰ ਖਾਨ ਨੂੰ ਮਹਾਰਾਜ ਨੇ, ਵਜ਼ੀਰ ਖਾਨ ਜਿਹੜਾ ਇੱਕ ਵਾਰੀ ਕਵੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਕਹਿਣ ਲੱਗੇ ਅਸੀਂ ਤੇ ਜੰਮ ਨਹੀਂ ਨੇੜੇ ਆਉਣ ਦਿੰਦੇ, ਬੰਦੇ ਕੀ ਚੀਜ਼ ਹੈਗੀ ਹੈ। ਆਖੋ ਸਾਰੇ ਸੱਚੇ ਪਾਤਸ਼ਾਹ ਆਪ ਜੀ ਦੇ। ਹਾਂ ਹਾਂਜੀ, ਸੋ ਨਿਰਬੰਧਨ ਹੋਏ ਮੁੱਧ ਪਾਵੈ। ਰਾਜੇ ਖੁਸ਼ ਹੋ ਗਏ ਜੀ, ਉਹਨਾਂ ਦੇ ਹੱਥਾਂ ਪੈਰਾਂ ਦੀਆਂ ਬੇੜੀਆਂ ਕੱਟੀਆਂ ਗਈਆਂ। ਬੰਧਿਤ ਬੱਧਿਤ ਹੋਇ ਨ ਆਵੈ ਜਾਏ। ਸਾਧ ਸੰਗਤ ਜੀ ਫਿਰ ਕੋਈ ਵੀ ਬੰਧਨ ਨਹੀਂ ਰਿਹਾ ਜੀ, ਆ ਸਕਦੇ ਸਨ, ਜਾ ਸਕਦੇ ਸਨ। ਹਾਂਜੀ, ਦੇਖ ਕਿਰਪਾ ਨਿਧ ਕੀ ਵਡਿਆਈ। ਸਾਧ ਸੰਗਤ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਵਡਿਆਈ ਦੇਖ ਕੇ ਤਬ ਹਰਦਾਸ ਮੋਦ ਉਰ ਪਾਈ। ਤੇ ਹਰਦਾਸ ਦਰੋਗਾ ਬੜਾ ਖੁਸ਼ ਹੋਇਆ। ਹਾਂਜੀ, ਉਹ ਵੀ ਮਹਾਰਾਜ ਦਾ ਸਿੱਖ ਸੀ ਨਾ ਜੀ, ਜਿਹੜਾ ਮੁਖੀ ਸੀਗਾ ਉਸ ਕਿਲੇ ਦਾ। ਹਾਂਜੀ, ਰਹੋ ਸੰਗ ਮੈਂ ਨਾਹੇ ਨਾ ਤਿਆਗੋ। ਹੁਣ 40 ਦਿਨਾਂ ਤੋਂ ਉੱਤੇ ਉਹਨੇ ਗੁਰੂ ਜੀ ਦੇ ਦਰਸ਼ਨ ਕੀਤੇ ਜੀ, ਮਹਾਰਾਜ ਜੀ ਦੀ ਸੰਗਤ ਕੀਤੀ। ਰੋਜ਼ ਦਰਸ਼ਨ ਕਰਨ ਵਾਸਤੇ ਆਉਂਦਾ। ਉਹ ਤੇ ਰੰਗਿਆ ਗਿਆ ਸੀ ਪਿਆਰ ਨਾਲ ਜੀ। ਤੇ ਉਹ ਪਤਾ ਕੀ ਕਹਿਣ ਲੱਗਾ, ਹੱਥ ਜੋੜ ਕੇ ਰਾਹ 'ਚ ਖਲੋ ਗਿਆ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਨਾਲ ਹੀ ਲੈ ਜਾਓ ਮਹਾਰਾਜ। ਦਰੋਗਾ ਕਹਿੰਦਾ ਮਹਾਰਾਜ ਮੈਨੂੰ ਨਾਲ ਲੈ ਜਾਓ, ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦਾ, ਤੁਹਾਡਾ ਸੰਗ ਛੱਡਣਾ ਨਹੀਂ ਚਾਹੁੰਦਾ। ਸਫਲ ਜਨਮ ਗੁਰ ਸੇਵਾ ਲਾਗੋ। ਅੱਜ ਤੋਂ ਮੈਂ ਤੁਹਾਡੀ ਸੇਵਾ ਹੀ ਕਰਾਂਗਾ ਮਹਾਰਾਜ, ਮੇਰਾ ਮਨ ਹੈ ਮੈਂ ਨੌਕਰੀ ਛੱਡ ਦਿਆਂ, ਮੈਂ ਤੁਹਾਡੀ ਸੇਵਾ ਕਰਾਂ, ਸੇਵਾ ਕਰਕੇ ਆਪਣਾ ਜਨਮ ਸਫਲਾ ਕਰ ਲਵਾਂ। ਹਾਂਜੀ, ਹਰਦਾਸ ਹੇਰ ਕਰੁਣਾ ਨਿਧਾਨ। ਚਿਤ ਚਿਤ ਦਿਓ ਆਨੰਦ ਮਹਾਨ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਹਰਦਾਸ ਵੱਲ ਮਿਹਰ ਦੀ ਨਿਗਾਹ ਨਾਲ ਵੇਖਿਆ ਜੀ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਨੇ ਹਰਦਾਸ ਦਰੋਗੇ ਵੱਲ ਮਿਹਰ ਦੀ ਨਿਗਾਹ ਨਾਲ ਦੇਖਿਆ। ਤੇ ਜਦੋਂ ਦੇਖਿਆ ਸਾਧ ਸੰਗਤ ਜੀ ਉਹਦੇ ਅੰਦਰ ਆਨੰਦ ਪੈਦਾ ਹੋ ਗਿਆ ਜੀ। ਜਦੋਂ ਉਹ ਆਨੰਦ ਪੈਦਾ ਹੋ ਜੇ ਨਾ, ਬੰਦਾ ਕਿਤੇ ਵੀ ਹੋਵੇ ਫਿਰ ਉਹ ਆਨੰਦ ਵਿੱਚ ਹੀ ਰਹਿੰਦਾ ਹੈ ਜੀ। ਹਾਂਜੀ, ਮਿਹਰ ਦੀ ਦ੍ਰਿਸ਼ਟੀ 'ਚ ਇੰਨੀ ਵੱਡੀ ਤਾਕਤ 'ਚ। ਹਾਂਜੀ, ਤਬ ਕਹਿਓ ਜਿਤਕ ਕੈਦੀ ਨਿਰਪਾਲ। ਸੰਗ ਲੇਹੋ ਸੰਗ ਅਬ ਪੰਥ ਚਾਲ। ਤੇ ਮਹਾਰਾਜ ਗਰੀਬ ਨਵਾਜ ਜੀ ਨੇ ਆਨੰਦ ਬਖਸ਼ਿਆ ਤੇ ਕਿਹਾ ਉਹਨੂੰ। ਮਹਾਰਾਜ ਕਹਿੰਦੇ ਹਰਦਾਸ ਜਿੰਨੇ ਰਾਜੇ ਕੈਦੀ ਸਨ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਹੁਣ ਰਾਏ ਰਾਏ ਚੱਲ ਪਾ। ਮਹਾਰਾਜ ਕਹਿਣ ਲੱਗੇ ਹਾਂਜੀ, ਹਮ ਤੇ ਸੋ ਜਦੋਂ ਹੋਏ ਕਰ ਪਿਆਨ। ਨਿਰਪ ਸਨੇ ਸਨੇ ਚੱਲ ਹੈ ਮਹਾਨ। ਅਸੀਂ ਜਦੋਂ ਤੇਰੇ ਨਾਲ ਹੌਲੀ ਹੌਲੀ ਵੱਖ ਹੋਵਾਂਗੇ, ਹੇਠਾਂ ਜਾਵਾਂਗੇ, ਤੇ ਰਾਜਿਆਂ ਨੂੰ ਆਪਣੇ ਆਪਣੇ ਪਾਸੇ ਤੋਰਦੀ ਕਹਿਣ ਲੱਗੇ। ਐਵੇਂ ਨਹੀਂ ਵੀ ਮੈਂ ਰਾਜਿਆਂ ਨੂੰ ਨਾਲ ਲੈ ਕੇ ਜਾਣਾ ਤੇ ਬਾਦਸ਼ਾਹ ਨੂੰ ਮਿਲਾਉਣਾ। ਗੁਰੂ ਸਾਹਿਬ ਨੇ ਇਹ ਕੰਮ ਨਹੀਂ ਕੀਤਾ, ਰਾਜਿਆਂ ਨੂੰ ਛਡਾਤਾ। ਮਹਾਰਾਜ ਕਹਿੰਦੇ ਇਹਨਾਂ ਨੂੰ ਛੱਡ ਆ ਜਿੱਥੇ ਜਿੱਥੇ ਚਾਹੀਦਾ ਇਹਨਾਂ ਨੂੰ। ਹਾਂਜੀ, ਹਮ ਕਰਹਿ ਸ਼ੀਘਰਤਾ ਮਗ ਵਿਸਾਲ। ਔਰ ਸ਼ਾਹ ਪ੍ਰਤੀਖਤ ਬਿਤਿਆ ਕਾਲ। ਤੇ ਅਸੀਂ ਹੁਣ ਮਹਾਰਾਜ ਕਹਿੰਦੇ ਬਾਦਸ਼ਾਹ ਦੇ ਕੋਲ ਜਾਣਾ ਡਰ ਰਿਹਾ। ਉਹ ਗੱਜ ਕੇ ਆਖੋ ਉਡੀਕ ਰਿਹਾ ਸਾਨੂੰ। ਸ਼ੇਰਾਂ ਤੋਂ ਵੀ ਡਰਦਾ ਸੀ ਨਾ ਜੀ। ਹਾਂਜੀ, ਇਮ ਕਹਿਓ ਪੁਨਹਿ ਕੀਓ ਪਿਆਨ। ਚੜ ਕਰ ਤੋ ਰੰਗ ਬਹਾਨ। ਇਹ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਹਨਾਂ ਸਭ ਰਾਜਿਆਂ ਨੂੰ ਆਸ਼ੀਰਵਾਦ ਦਿੱਤਾ। ਰਾਜਿਆਂ ਨੇ ਮਹਾਰਾਜ ਦਾ ਧੰਨਵਾਦ ਕੀਤਾ। ਸੱਚੇ ਪਾਤਸ਼ਾਹ ਸਾਨੂੰ ਜ਼ਿੰਦਗੀ ਤੁਸੀਂ ਦਿੱਤੀ ਹੈ,
ਅਸੀਂ ਨਹੀਂ ਸੀ ਬਾਹਰ ਨਿਕਲ ਸਕਦੇ। ਤੇ ਸੰਗਤ ਜੀ, ਮਹਾਰਾਜ ਗਰੀਬ ਨਵਾਜ ਆਪ ਘੋੜੇ ਤੇ ਸੱਜ ਗਏ ਜੀ, ਹਾਂਜੀ, ਤੇ ਦਿੱਲੀ ਵੱਲ ਨੂੰ ਵੱਧ ਗਏ ਜੀ, ਹਾਂਜੀ। ਤਬ ਖਾਂ ਵਜ਼ੀਰ ਨਿਜ ਸੰਗ ਲੀਨ, ਮੁਖ ਕਰਤ ਬਾਰਤਾ ਗੁਰ ਪ੍ਰਬੀਨ। ਵਜ਼ੀਰ ਖਾਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਨਾਲ ਲੈ ਕੇ ਦਿੱਲੀ ਤੁਰ ਪਿਆ ਤੇ ਰਸਤੇ 'ਚ ਬਚਨ ਕਰਦਾ ਹੈ ਜੀ, ਹਾਂਜੀ। ਸਭ ਸਿੱਖ ਆਦ ਜੇਠੇ ਆਨੰਦ। ਸਾਧ ਸੰਗਤ ਜੀ, ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਪੈੜਾ ਜੀ, ਇਹ ਸਾਰੇ ਸਿੱਖ ਜਿਹੜੇ ਆ ਇਹ ਵੀ ਬੜੇ ਖੁਸ਼ ਹਨ। ਗਮਨੇ ਸੋਲਾਰ ਕੁਲ ਸੋਢੀ ਚੰਦ। ਤੇ ਗਮਨੇ ਸੋਲਾਰ ਕੁਲ ਸੋਢੀ ਚੰਦ ਮਹਾਰਾਜ ਗਰੀਬ ਨਵਾਜ ਜੀ ਦੇ ਨਾਲ ਗਏ ਜੀ, ਫਿਰਦੀ ਗਏ ਜੀ, ਹਾਂਜੀ। ਧਰ ਸ਼ਸਤਰ ਸ਼ੁਭਤ ਜਿਮ ਮਹਿਦ ਸਿੰਘ, ਬਹਿ ਬਲਹਾਰ ਜਾਤ ਸੰਤੋਖ ਸਿੰਘ। ਕਹਿੰਦੇ ਮਹਾਰਾਜ ਗਰੀਬ ਨਵਾਜ ਜੀ ਨੇ ਸ਼ਸਤਰ ਬਸਤਰ ਸਜਾਏ ਹੋਏ ਆ, ਘੋੜੇ ਤੇ ਸਵਾਰੀ ਕਰ ਰਹੇ ਨੇ, ਮਹਾਰਾਜ ਦਿੱਲੀ ਨੂੰ ਵੱਧ ਰਹੇ ਆ। ਸਾਰਾ ਦੇ ਸਾਰੇ ਗਵਾਲੀਅਰ ਦਾ ਕਿਲਾ ਕੈਦੀਆਂ ਤੋਂ ਖਾਲੀ ਕਰਾ ਦਿੱਤਾ ਮਹਾਰਾਜ ਨੇ, ਮਾਨੋ ਨਰਕੀ ਖਾਲੀ ਕਰਾਇਆ ਹੋਵੇ ਸੱਚੇ ਪਾਤਸ਼ਾਹ ਜੀ ਨੇ। ਕਹਿੰਦੇ ਮਹਾਰਾਜ ਜੀ ਦੇ ਇਸ ਸਰੂਪ ਤੋਂ ਮੈਂ ਬਲਿਹਾਰ ਜਾਣਾ ਹਾਂ, ਤੁਸੀਂ ਵੀ ਕਹੋ ਅਸੀਂ ਬਲਿਹਾਰ ਜਾਂਦੇ ਹਾਂ, ਹਾਂਜੀ। ਅਬ ਰਾਸ ਚਤੁਰਥੀ ਪੂਰ ਕੀਨ। ਹੁਣ ਇਸ ਗ੍ਰੰਥ ਦੀ ਚੌਥੀ ਰਾਸ ਜਿਹੜੀ ਉਹ ਪੂਰੀ ਹੋ ਗਈ ਹੈ। ਗੁਰ ਕਿਰਪਾ ਧਾਰ ਉਦਮ ਸੋ ਦੀਨ। ਕਹਿੰਦੇ ਗੁਰੂ ਸਾਹਿਬ ਨੇ ਮੇਰੇ ਤੇ ਮਿਹਰ ਕੀਤੀ। ਭਾਈ ਸੰਤੋਖ ਸਿੰਘ ਕਹਿੰਦੇ ਗੁਰੂ ਜੀ ਨੇ ਆਪਣੀ ਕਥਾ ਲਿਖਵਾਈ, ਆਪਣੀ ਕਥਾ ਕਰਵਾਈ, ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਉਦਮ ਬਖਸ਼ਿਸ਼ ਕੀਤਾ ਜੀ, ਹਾਂਜੀ। ਸੁੰਦਰ ਵਿਸਾਲ ਕੀਨੇ ਪ੍ਰਕਾਸ਼। ਕਹਿੰਦੇ ਇਹਦੇ ਵਿੱਚ ਮੈਂ ਮਹਾਰਾਜ ਦਾ ਬੜਾ ਜਸ ਲਿਖਿਆ, ਬੜੀ ਵਡਿਆਈ ਲਿਖੀ ਹੈ। ਜਿਸ ਪਠਤ ਸੁਨਤ ਸਭ ਪਾਪ ਨਾਸ਼। ਜਿਹਨੂੰ ਪੜ੍ਹ ਸੁਣ ਕੇ ਬੰਦੇ ਦੇ ਪਾਪ ਹੀ ਨਾਸ਼ ਹੋ ਜਾਂਦੇ ਆ, ਪਾਪ ਹੀ ਨਾਸ਼ ਹੋ ਜਾਂਦੇ ਆ। ਸੱਚੇ ਪਾਤਸ਼ਾਹ ਮਿਹਰ ਕਰਨ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਦਸ਼ਾਹ ਕੋ ਜਾਣਗੇ। ਰਾਸ ਸੰਪੂਰਨ ਹੋ ਗਈ ਹੈ, ਅਗਲੀ ਰਾਸ ਕੱਲ ਨੂੰ ਆਰੰਭ ਕਰਾਂਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਬਾਦਸ਼ਾਹ ਦੇ ਕੋਲ ਜਾਣਗੇ। ਆਪਣਾ ਬਿਰਦ ਨਿਭਾਇਆ ਗੁਰੂ ਸਾਹਿਬ ਗਰੀਬ ਨਵਾਜ ਨੇ। ਮਹਾਰਾਜ ਨੂੰ ਆਖੋ ਸੱਚੇ ਪਾਤਸ਼ਾਹ ਅਸੀਂ ਵੀ ਆਪ ਜੀ ਦੇ ਹਾਂ, ਅਰਦਾਸਾਂ ਹੀ ਕਰੀ ਜਾਇਆ ਕਰੋ। ਮੈਂ ਉਦੋਂ ਵੀ ਬੇਨਤੀ ਕੀਤੀ ਨਾ, ਉਹ ਬੰਦਾ ਬਾਬਾ ਆਨੰਦ ਸਿੰਘ ਜੀ ਨੂੰ ਕਹਿੰਦਾ ਜੀ ਮੇਰਾ ਤਾਂ ਇੱਕ ਮਿੰਟ ਦਾ ਵੀ ਨਹੀਂ ਨਿਤਨੇਮ, ਖਿੰਨਦਾ ਹੀ ਆ, ਇੰਨਾ ਹੀ ਕਹਿਣਾ ਤੂੰ ਮੇਰਾ ਮੈਂ ਤੇਰਾ, ਮੇਰਾ ਇੰਨਾ ਹੀ ਨਿਤਨੇਮ ਹੈ। ਕਹਿੰਦੇ ਸੱਚੇ ਪਾਤਸ਼ਾਹ ਜੀ ਨੂੰ ਆਖੀਏ ਮਹਾਰਾਜ ਰਾਜੇ ਤੁਹਾਡੀ ਸ਼ਰਨ 'ਚ ਆਏ, ਤੁਸੀਂ ਉਹਨਾਂ ਦੀ ਬੰਦ ਖਲਾਸੀ ਕਰਾਈ, ਤੁਸੀਂ ਉਹਨਾਂ ਦਾ ਭਲਾ ਕੀਤਾ। ਸੱਚੇ ਪਾਤਸ਼ਾਹ ਅਸੀਂ ਵੀ ਆਪ ਜੀ ਦੀ ਸ਼ਰਨ ਵਿੱਚ ਹਾਂ। ਮਹਾਰਾਜ ਸਾਨੂੰ ਗਰੀਬਾਂ ਨੂੰ ਆਪਣੀ ਸ਼ਰਨ ਵਿੱਚ ਜਾਣਾ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਇਹ ਪੰਕਤੀ ਕਹਿਣ 'ਚ ਹੀ ਆਨੰਦ ਬਣ ਜਾਏਗਾ ਜੇ ਇਹਦੇ ਵਿੱਚ ਸੁਰਤ ਟਿਕੀ ਹੋਏਗੀ ਜੀ, ਇੰਨੀ ਗੱਲ ਕਹਿਣ ਵਿੱਚ ਹੀ ਜੀ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸੱਚੇ ਪਾਤਸ਼ਾਹ ਮਿਹਰ ਕਰਨ। ਆਓ ਗੁਰੂ ਸਾਹਿਬ ਜੀ ਨੂੰ ਅਰਦਾਸ ਕਰੀਏ, ਮਹਾਰਾਜ ਅਸੀਂ ਤੁਹਾਡੇ ਹੀ ਆ, ਜਿਉਂ ਜਾਨੋ ਤਿਉਂ ਰਾਖ, ਜਿਉਂ ਜਾਨੋ ਤਿਉਂ ਰਾਖ, ਜਿਉਂ ਜਾਨੋ ਤਿਉਂ ਰਾਖ, ਜਿਉਂ ਜਾਨੋ ਤਿਉਂ ਰਾਖ। ਹਰ ਪ੍ਰਭ ਤੇਰਿਆ, ਹਰ ਪ੍ਰਭ ਤੇਰਿਆ, ਹਰ ਪ੍ਰਭ ਤੇਰਿਆ, ਹਰ ਪ੍ਰਭ ਤੇਰਿਆ। ਤੇਰਿਆ 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 ਤੇਰਿਆ। ਇੰਨਾ ਕਹਿਣ 'ਚ ਜੇ ਬੰਦੇ ਦਾ ਭਲਾ ਹੋਵੇ ਤਾਂ ਹੋਰ ਕੀ ਚਾਹੀਦਾ ਜੀ। ਇਹ ਕਹਿੰਦਿਆਂ ਗੱਲ ਸਤਿਗੁਰੂ ਜੀ ਤੱਕ ਪਹੁੰਚ ਜਾਵੇ, ਇੰਨਾ ਕਹਿਣ 'ਚ ਬੰਦੇ ਦਾ ਭਲਾ ਹੋ ਜਾਏ ਤੇ ਹੋਰ ਕੀ ਚਾਹੀਦਾ ਜੀ। ਕਹੋ ਮਹਾਰਾਜ ਨੂੰ ਹਰ ਪ੍ਰਭ ਤੇਰਿਆ, ਹਰ ਪ੍ਰਭ ਤੇਰਿਆ। ਤੇਰਿਆ 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 ਤੇਰਿਆ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਉ ਜਾਨੋ ਤਿਉ ਰਾਖ, ਹਰ ਪ੍ਰਭ ਤੇਰਿਆ, ਕੇਤੇ ਗਨੋ ਅਸੰਖ, ਆਵ ਗੁਣ ਮੇਰਿਆ, ਹਰ ਪ੍ਰਭ ਤੇਰਿਆ, ਹਰ ਪ੍ਰਭ ਤੇਰਿਆ। ਸੱਚੇ ਪਾਤਸ਼ਾਹ ਮਿਹਰ ਕਰਨ। ਹਾਂਜੀ, ਜਿਹੜੇ ਕਹਿ ਦਿੰਦੇ ਨਾ ਮਹਾਰਾਜ ਤੇਰੇ, ਮਹਾਰਾਜ ਬੜੀ ਕਿਰਪਾ ਕਰਦੇ ਜੀ। ਭਾਈ ਜੋਗਾ ਸਿੰਘ ਨੇ ਕਿਹਾ ਮਹਾਰਾਜ ਮੈਂ ਜੋਗਾ। ਮਹਾਰਾਜ ਕਹਿੰਦੇ ਕਿਹਦੇ ਜੋਗਾ? ਕਹਿੰਦਾ ਜੀ ਤੁਹਾਡੇ ਜੋਗਾ। ਤੇ ਸੱਚੇ ਪਾਤਸ਼ਾਹ ਜੀ ਨੇ ਦਰਗਾਹ 'ਚ ਫਿਰ ਥਾਂ ਦਿੱਤੀ ਜੀ, ਬਚਾ ਲਿਆ ਮਹਾਰਾਜ ਨੇ ਜੀ। ਹਾਂਜੀ, ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਭਾਈ ਕੌਣ ਹੈ ਤੂੰ? ਕਹਿੰਦਾ ਜੀ ਬੰਦਾ। ਮਹਾਰਾਜ ਕਹਿੰਦੇ ਕਿਹਦਾ? ਕਹਿੰਦਾ ਜੀ ਤੁਹਾਡਾ। ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਫਿਰ ਬੰਦੇ ਤੋਂ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਜੀ। ਹਾਂਜੀ, ਸੱਚੇ ਪਾਤਸ਼ਾਹ ਗਰੀਬ ਨਵਾਜ਼ ਮਿਹਰ ਕਰਨ, ਸਾਨੂੰ ਆਪਣਾ ਬਣਾ ਕੇ ਰੱਖਣ, ਆਪਣਾ ਬਣਾ ਕੇ ਰੱਖਣ। ਅਗਲੀ ਰਾਸ ਸਾਧ ਸੰਗਤ ਜੀ ਕੱਲ ਨੂੰ ਆਪਾਂ ਆਰੰਭ ਕਰਾਂਗੇ। 2 ਮਿੰਟ ਪਏ ਆ, ਨਾਮ ਜਪ ਲਈਏ। ਜਦੋਂ ਆਖੀਏ ਨਾ ਨਾਮ ਜਪਣਾ, ਫਿਰ ਚਾਅ ਚੜ ਜਾਣਾ ਚਾਹੀਦਾ ਜੀ। ਹਾਂਜੀ, ਕਿਉਂ ਇਸ ਕੰਮ ਕਰਨ ਨੂੰ ਤੇ ਆਏ ਆ ਜੀ ਅਸੀਂ। ਤੈਂ ਲੱਖ ਸਿੱਧੇ ਕਰੋ। ਆਪਾਂ 2 ਮਿੰਟ ਗੁਰ ਮੰਤਰ ਦਾ ਜਾਪ ਕਰਨਾ ਹੈ। ਬੜੇ ਪਿਆਰ ਦੇ ਨਾਲ ਸਾਰੀ ਸੰਗਤ ਕਹੋ ਜੀ ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਿਰਪਾ ਕਰਨ, ਸਾਡੀ ਹਾਜ਼ਰੀ ਆਪਣੇ ਚਰਨਾਂ ਵਿੱਚ ਲਾਉਣ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਾਨੂੰ ਸਦਾ ਹੀ ਆਪਣੇ ਬਣਾ ਕੇ ਰੱਖਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।